ਤੁਸੀਂ ਤਕਰੀਬਨ ਲੰਮਾ ਸਮਾਂ ਹਜੂਰੀ ਰਾਗੀ ਰਹੇ ਹੋ ਜੀ। ਉਸ ਤੋਂ ਬਾਅਦ ਤੁਸੀਂ ਹਜੂਰੀ ਰਾਗੀ ਮਤਲਬ ਅਸਤੀਫਾ ਦੇਤਾ ਜਾਂ ਤੁਸੀਂ ਛੱਡੀ ਜਾਂ ਛਡਾਈ ਗਈ? ਇਹ ਬਾਦਲਾਂ ਨੇ ਉਸ ਕੋੜਮੇ ਨੇ ਜਿਹੜਾ ਨਰੈਣੂ ਸੋਚ ਦੀ ਬਲੀ ਚੜ੍ਹ ਚੁੱਕਾ ਹੈ, ਉਹਨਾਂ ਸਾਡੇ ਨਾਲ ਧੱਕਾ ਕੀਤਾ ਕਿ ਸਾਨੂੰ ਉੱਥੋਂ ਜ਼ਬਰਦਸਤੀ ਬਾਹਰ ਕੀਤਾ ਗਿਆ। ਜਿਵੇਂ ਉਹ ਸ਼ਬਦ ਸੁਣ ਕੇ ਇਹਨਾਂ ਨੂੰ ਥੋੜ੍ਹੀ ਤਲਖੀ ਵੀ ਹੁੰਦੀ ਆ ਕਿ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ, ਸੱਪ ਨੂੰ ਦੁੱਧ ਪਿਆਉਣਾ ਤੇ ਉਹ ਕਿਸੇ ਕੰਮ ਨਹੀਂ ਆਉਂਦਾ, ਅਖੀਰੀ ਉਹਨੇ ਡਾਂਗੀ ਮਾਰਨਾ। ਤੇ ਕੁੱਤੇ ਵਰਗਾ ਸੁਭਾਅ ਰਾਜ 'ਤੇ ਬਹਿ ਜਾਏ ਤਾਂ ਉਹ ਰਾਜ 'ਤੇ ਬੈਠਣ ਤੋਂ ਬਾਵਜੂਦ ਉਹਨੂੰ ਉੱਚੀ ਪਦਵੀ ਘੱਟ ਨਜ਼ਰ ਆਉਂਦੀ ਹੈ, ਪਰ ਉਹਨੂੰ ਸੁਭਾਅ ਵੱਢ ਖਾਣ ਵਾਲਾ ਜਿਹੜਾ ਉਹ ਛੱਡਦਾ ਨਹੀਂ। ਜਾਂ ਰਾਜੇ ਪਾਪ ਕਮਾਮ ਦੇ ਉਲਟੀ ਵੜ ਖੇਤ ਕੋ ਖਾਈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਇਹ ਅਜਿਹੇ ਸ਼ਬਦਾਂ ਤੋਂ ਵੀ ਇਹਨਾਂ ਨੂੰ ਤਲਖੀ ਹੁੰਦੀ ਹੈ। ਇਹਨਾਂ ਦੇ ਮੁਲਾਜ਼ਮ ਗੁਰਦੁਆਰੇ 'ਚ ਸ਼ਰਾਬ ਪੀਂਦੇ ਨੇ, ਮੀਟ ਖਾਂਦੇ ਨੇ। ਉਸ ਤਰ੍ਹਾਂ ਹੀ ਇੱਕ ਬੰਦਾ ਤਾਬਿਆ ਜਾ ਕੇ ਬੈਠਦਾ ਹੈ, ਉਲਟੀਆਂ ਮਹਾਰਾਜ ਜੀ ਦੇ ਸਰੂਪ 'ਤੇ ਕਰਦਾ ਹੈ। ਉਹ ਸਰੂਪ ਅਜੇ ਤੱਕ ਕਿੱਥੇ ਆ ਉਹਦਾ ਕੋਈ ਪਤਾ ਨਹੀਂ। ਉਸ ਗੱਲ ਨੂੰ ਬਲਦੇਵ ਸਿੰਘ ਵਡਾਲੇ ਨੇ ਸੰਗਤਾਂ ਦੇ ਸਾਹਮਣੇ ਕਿਉਂ ਰੱਖਿਆ? ਇਹ ਮੇਰਾ ਗੁਨਾਹ ਸੀ, ਉਹਦੇ ਲਈ ਮੈਨੂੰ ਨੋਟਿਸ ਵੀ ਆਇਆ। ਜਬਰੀ ਉਹ ਕੱਢਿਆ ਗਿਆ, ਤੁਸੀਂ ਆਪਣੇ ਆਪ ਨਹੀਂ ਆਏ ਜਾਂ ਤੁਹਾਨੂੰ ਕੋਈ ਤੁਹਾਡੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਕੱਢਿਆ, ਮਤਲਬ ਜਬਰੀ ਕੱਢਿਆ ਗਿਆ? ਜੀ, ਇਹ ਜਬਰ ਆ ਤੇ ਜਬਰ ਦਾ ਹੁਣ ਮੁਕਾਬਲਾ ਅਸੀਂ ਸਬਰ ਨਾਲ ਵੀ ਕਰਾਂਗੇ ਤੇ ਜੂਝ ਕੇ ਵੀ ਕਰਾਂਗੇ। ਤੇ ਨਰੈਣੂ ਦੀ ਰੂਹ ਵੀ ਅੱਜ ਆਖਦੀ ਹੋਣੀ ਆ ਕਿ ਬਾਦਲ ਕੋੜਮੇ ਨੂੰ ਵੀ ਜਿੰਨਾ ਮੈਂ ਗਿਰਿਆ ਸੀ ਨਾ, ਤੁਸੀਂ ਮੇਰੇ ਤੋਂ ਕਈ ਗੁਣਾ ਵੱਧ ਗਿਰ ਗਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਸਵਾਲ ਪੁੱਛੇ ਜਾਂਦੇ ਨੇ, ਕਹਿੰਦੇ ਨੇ ਉਹ ਕਿ ਸਾਡਾ ਐਸਜੀਪੀਸੀ 'ਚ ਕੋਈ ਉਹ ਨਹੀਂ, ਕੋਈ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ। ਉਹਦੇ ਪ੍ਰਧਾਨ ਬਣੇ ਹੋਏ ਨੇ, ਐਸਜੀਪੀਸੀ ਦੇ ਪ੍ਰਧਾਨ ਨੇ, ਐਸਜੀਪੀਸੀ ਦੇ ਜਥੇਦਾਰ ਨੇ, ਵੀ ਉਹੀ ਕਰਦੇ ਨੇ, ਵੀ ਸਾਡੀ ਕੋਈ ਦਖਲਅੰਦਾਜ਼ੀ ਨਹੀਂ। ਕੀ ਕਹੋ? ਵੀ ਜਿਹੜੇ ਬਾਹਰ ਗੁਨਾਹ ਕਰਦੇ ਸਾਂ, ਅਸੀਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਬਖਸ਼ਾ ਆਏ ਹਾਂ। ਇਹ ਟੱਬਰ ਉੱਥੋਂ ਸ਼ੁਰੂ ਕਰ ਰਿਹਾ ਹੈ, ਪਾਪ ਹੀ ਉੱਥੋਂ ਸ਼ੁਰੂ ਕਰ ਰਿਹਾ ਹੈ ਤੇ ਇਹਨਾਂ ਦਾ ਕੋੜਮਾ ਵੀ ਉੱਥੋਂ ਹੀ ਕਰ ਰਿਹਾ ਹੈ। ਕਿਹਾ ਹੀ ਆ ਕਿ ਸ਼ਬਦ ਗਾਇਨ 'ਚ ਵੀ ਕਿ ਇਹ ਸ਼ਬਦ ਦਰਬਾਰ ਸਾਹਿਬ 'ਚ ਗਾਉਣੇ ਨੇ, ਇਹ ਸ਼ਬਦ ਨਹੀਂ ਗਾਉਣੇ ਜੀ। ਵੀ ਇੱਥੋਂ ਤੱਕ ਦਖਲਅੰਦਾਜ਼ੀ, ਇਹ ਤਾਂ ਲੋਕਾਂ ਨੂੰ ਸੋਚ ਵੀ ਨਹੀਂ ਸਕਦੇ ਵੀ ਐਵੇਂ ਦੀ ਦਖਲਅੰਦਾਜ਼ੀ ਹੋ ਸਕਦੀ ਹੈ। ਬਿਲਕੁਲ ਜੀ, ਇਹਨਾਂ ਦੀ ਹੈ। ਅਸੀਂ ਤੁਹਾਡੇ ਸਾਹਮਣੇ ਪ੍ਰੂਫ ਬੈਠੇ ਹੋਏ ਹਾਂ। ਅਸੀਂ ਉਹ ਸ਼ਬਦ ਦਾ ਉਹ ਵਿਸ਼ਾ ਰੱਖ ਲਿਆ, ਟੂਟੀ ਗੰਢਨ ਹਰ ਗੋਪਾਲ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਹੈ। ਵੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਉਸ ਵਕਤ ਇਹ ਸ਼ਬਦ ਅਸੀਂ ਜਦੋਂ ਪੜ੍ਹ ਰਹੇ ਸਾਂ ਤੇ ਇਹ ਸਾਰਾ ਪਰਿਵਾਰ ਟੱਬਰ ਮੱਥਾ ਟੇਕਣ ਅੰਦਰ ਆ ਗਿਆ ਤੇ ਇਹ ਤਾਂ ਮੱਥਾ ਟੇਕ ਕੇ ਚਲੇ ਗਏ। ਪਰ ਬਾਅਦ ਵਿੱਚ ਜਿਹੜੇ ਗਿਆਨੀ ਗੁਰਬਚਨ ਸਿੰਘ ਹੋਣੀ ਸੀ ਜਾਂ ਹੈੱਡ ਗ੍ਰੰਥੀ ਸੋ ਤਾਂ ਮੇਰੇ ਦੁਆਲੇ ਹੋ ਗਏ ਜੀ, ਤੁਹਾਨੂੰ ਸ਼ਬਦ ਇਹੀ ਲੱਭੇ ਨੇ, ਤੁਹਾਨੂੰ ਨਹੀਂ ਪਤਾ ਬਾਦਲ ਸਾਹਿਬ ਆਏ ਆ। ਤੇ ਮੈਂ ਕਿਹਾ ਜੀ ਸਾਨੂੰ ਕੀ ਪਤਾ ਵੀ ਇੱਥੇ ਸ਼ਬਦ ਵੀ ਬਾਦਲਾਂ ਦੇ ਪੜ੍ਹੇ ਜਾਣੇ ਚਾਹੀਦੇ ਆ, ਵੀ ਗੁਰੂ ਸਾਹਿਬ ਦੇ ਨਹੀਂ। ਇਹ ਕਿਉਂ? 3.5 ਲੱਖ ਰੁਪਈਆ ਨੂੰ ਤਨਖਾਹ ਦਿੰਦੇ ਸੀ ਜੀ। ਇਹ ਗੁਰੂ ਦੀ ਗੋਲਕ ਦੀਆਂ ਧੱਜੀਆਂ ਉਡਾਉਂਦੇ ਸਨ। 45,000 ਦੀ ਕੋਠੀ ਕਿਰਾਏ 'ਤੇ ਲੈ ਕੇ ਦਿੱਤੀ, ਗੱਡੀਆਂ ਦਿੱਤੀਆਂ, ਕਿੰਨਾ ਖਰਚ ਉਹਦੇ 'ਤੇ ਇਹ ਕਰ ਰਿਹਾ ਸੀ। ਵੀ ਉਹ ਕੀ ਕਰ ਰਿਹਾ ਸੀ ਗੁਰੂ ਘਰ ਦਾ? ਕਿਉਂਕਿ ਇੱਕ ਆਮ ਬੰਦਾ ਵੀ ਕਹੇ ਹੋਏ ਸ਼ਬਦਾਂ ਦੀ ਮਾਫੀ ਨਹੀਂ ਮੰਗਦਾ। ਉਹ ਕਹਿੰਦਾ ਮੈਂ ਜੋ ਕਿਹਾ ਸੱਚ ਕਿਹਾ। ਇੱਕ ਜੱਜ ਵੀ ਸੋਚ ਕੇ ਬੋਲਦਾ। ਇੱਕ ਇਹ ਭੇੜੀਏ ਸੀ ਜਿਹੜੇ ਫਰਮਾਨ ਝੂਠੇ ਜਾਰੀ ਕਰਕੇ ਤੇ ਕਹਿੰਦੇ ਵਾਪਸ ਲੈਂਦੇ ਆ। ਉਹਦੇ ਵਿੱਚ ਗਿਆਨੀ ਗੁਰਬਚਨ ਸਿੰਘ ਵਰਗੇ 3 ਤਾਰਾ ਹੋਟਲ ਬਣਾ ਗਏ, ਬਾਦਲ ਟੱਬਰ ਰੋਟੀਆਂ ਸੇਕ ਗਿਆ। ਨੁਕਸਾਨ ਕਿਹਦਾ ਹੋਇਆ? ਇਹਨਾਂ ਦੇ ਪੱਲੇ ਕੱਖ ਨਹੀਂ। ਜੋ ਕੁਛ ਹੈ ਉਹ ਸੰਗਤ ਦੇ ਕੋਲੇ, ਇਹ ਤੁਹਾਡੇ ਤੋਂ ਲੈ ਕੇ ਵਰਤਦੇ ਪਏ। ਹੁਣ ਉਹ ਵੀ ਦਿਨ ਦੂਰ ਨਹੀਂ ਜਿੱਦਣ ਇਹਨਾਂ ਨੂੰ ਗੁਰੂ ਘਰਾਂ 'ਚੋਂ ਚੱਲਦਾ ਕਰਾਂਗੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅੱਜ ਅਸੀਂ ਗੱਲ ਕਰਾਂਗੇ ਸਿੱਖੀ ਦੀ, ਸਿੱਖ ਧਰਮ ਦੀ, ਸਿੱਖਾਂ ਦੇ ਪੂਰੀ ਪੁਰਾਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸਿੱਖਾਂ 'ਚ ਕੀ ਚੱਲ ਰਿਹਾ, ਕੀ ਹੋ ਰਿਹਾ। ਸਾਡੇ ਨਾਲ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਜੀ ਮੌਜੂਦ ਨੇ। ਸੋ ਉਹਨਾਂ ਨਾਲ ਕਰਾਂਗੇ ਗੱਲਬਾਤ। ਉਹ ਸਾਡੇ ਨਾਲ ਮੌਜੂਦ ਨੇ। ਬਲਦੇਵ ਸਿੰਘ ਵਡਾਲਾ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਡਾਲਾ ਜੀ, ਤੁਸੀਂ ਤਕਰੀਬਨ ਲੰਮਾ ਸਮਾਂ ਹਜੂਰੀ ਰਾਗੀ ਰਹੇ ਹੋ ਜੀ। ਉਸ ਤੋਂ ਬਾਅਦ
ਤੁਸੀਂ ਹਜ਼ੂਰੀ ਰਾਗੀ ਮਤਲਬ ਅਸਤੀਫਾ ਦੇਤਾ ਜਾਂ ਤੁਸੀਂ ਛੱਡੀ ਜਾਂ ਛਡਾਈ ਗਈ, ਕਿਵੇਂ ਹੋਇਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਰੀਬਨ 20 ਸਾਲ ਸੇਵਾਵਾਂ ਕੀਤੀਆਂ ਸਤਿਗੁਰਾਂ ਜੀਆਂ ਨੇ ਲਈਆਂ ਨੇ, ਜਿਨ੍ਹਾਂ ਵਿੱਚੋਂ 15 ਸਾਲ ਕਰੀਬਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਜ਼ਾਰੇ ਆ ਸਤਿਗੁਰਾਂ ਦੀ ਛਤਰ ਛਾਇਆ ਹੇਠ। ਔਰ ਜਿੱਥੋਂ ਤੱਕ ਸਵਾਲ ਹੈ ਕਿ ਛੱਡਣ ਦਾ ਜਾਂ ਛਡਾਉਣ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਤਾਂ ਅਸੀਂ ਅਸਤੀਫਾ ਦਿੱਤਾ ਹੈ ਅਤੇ ਨਾ ਅਸੀਂ ਰਿਟਾਇਰਮੈਂਟ ਲਈ ਆ। ਇਹ ਬਾਦਲਾਂ ਨੇ, ਉਸ ਕੋੜਮੇ ਨੇ ਜਿਹੜਾ ਨਰੈਣੂ ਸੋਚ ਦੀ ਬਲੀ ਚੜ੍ਹ ਚੁੱਕਾ ਹੈ, ਉਹਨਾਂ ਸਾਡੇ ਨਾਲ ਧੱਕਾ ਕੀਤਾ ਕਿ ਸਾਨੂੰ ਉੱਥੋਂ ਜ਼ਬਰਦਸਤੀ ਬਾਹਰ ਕੀਤਾ ਗਿਆ। ਅਤੇ ਹੁਣ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਹੈ, ਗੁਰੂ ਕਿਰਪਾ ਕਰੇ ਕਿ ਸਿੱਖ ਪੰਥ ਜਿਹੜਾ ਇਹਨਾਂ ਨੂੰ ਗੁਰੂਦੁਆਰਿਆਂ 'ਚੋਂ ਬਾਹਰ ਕਰੇ, ਸਾਡੀ ਬਹਾਲੀ ਹੋ ਸਕਦੀ ਹੈ, ਅਸੀਂ ਹੋਵਾਂਗੇ ਵੀ ਉਦੋਂ ਹੀ। ਅਤੇ ਦੂਸਰਾ ਇਹ ਆ ਕਿ ਇਹਦੇ ਕਾਰਨ ਜਿਹੜੇ ਨੇ ਉਹ ਇਹ ਹੈ ਕਿ ਇੱਕ ਤਾਂ ਇਹ ਆਪਣੀਆਂ ਮਨ ਮਰਜ਼ੀਆਂ ਨਾਲ ਚਾਹੁੰਦੇ ਨੇ ਕਿ ਤੁਸੀਂ ਜਿਵੇਂ ਉਹ ਸ਼ਬਦ ਸੁਣ ਕੇ ਇਹਨਾਂ ਨੂੰ ਥੋੜ੍ਹੀ ਤਲਖੀ ਵੀ ਹੁੰਦੀ ਆ ਕਿ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ, ਜਦ ਕਿ ਉਹ ਕਿਸੇ ਵਿਸ਼ੇਸ਼ ਬੰਦੇ ਦੇ ਲਈ ਨਹੀਂ, ਉਹ ਤਾਂ ਜ਼ਬਰ ਜ਼ੁਲਮ ਕਰਨ ਵਾਲੇ ਕਿਸੇ ਵੀ ਸਰਕਾਰ ਦੇ ਖਿਲਾਫ ਆ। ਉਹਦੇ ਲਈ ਸ਼ਬਦ ਮਹਾਰਾਜ ਜੀ ਨੇ ਹੋਰ ਵੀ ਵਰਤੇ ਨੇ। ਰਾਜੇ ਪੂਰੀ ਵਿਆਖਿਆ ਭਾਈ ਸਾਹਿਬ ਜੀ ਕੀ ਆ ਇਹ ਸ਼ਬਦ ਦੀ? ਇਹਦੀ ਪੂਰੀ ਵਿਆਖਿਆ ਜਿਹੜੀ ਉਹ ਇਹ ਹੈ ਕਿ ਸੱਪ ਨੂੰ ਦੁੱਧ ਪਿਆਉਣਾ ਅਤੇ ਉਹ ਕਿਸੇ ਕੰਮ ਨਹੀਂ ਆਉਂਦਾ, ਅਖੀਰੀ ਉਹਨੇ ਡਾਂਗੀ ਮਾਰਨਾ ਹੈ। ਇਸੇ ਤਰ੍ਹਾਂ ਖੋਤੇ ਨੂੰ ਜਿੰਨਾ ਵਰਜੀ ਚੰਦਨ ਲਾਈ ਜਾਓ ਤੁਸੀਂ, ਉਹਦਾ ਕੰਮ ਹੈ ਖਿੱਚ ਲੇਟਣਾ। ਪੱਥਰ 'ਤੇ ਜਿੰਨਾ ਮਰਜੀ ਪਾਣੀ ਪਾਈ ਚੱਲੋ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਉਹ ਨਕਸ਼ਾ ਖਿੱਚਿਆ ਹੋਇਆ ਕਿ ਉਹ ਕਦੇ ਪਿਘਲਦਾ ਨਹੀਂ, ਉਹ ਨਰਮ ਨਹੀਂ ਹੁੰਦਾ। ਇਸੇ ਤਰ੍ਹਾਂ ਨਿੰਦਕ ਬੰਦਾ ਜਿਹੜਾ ਹੈ ਉਹ ਆਪਣੀ ਨਿੰਦਾ ਜਿਹੜੀ ਉਹ ਛੱਡਦਾ ਨਹੀਂ, ਵੀ ਗੱਲ ਕਹਿੰਦਾ ਕਹਿ ਜਾਂਦਾ, ਉਹ ਟਲਦਾ ਨਹੀਂ। ਔਰ ਇਹ ਉਹ ਚੀਜ਼ਾਂ ਨੇ ਜਿਹੜੀ ਕੁੱਤੇ ਵਰਗੀ ਬਿਰਤੀ ਆ ਕਿ ਇੱਕ ਪ੍ਰਸ਼ਾਦਾ ਕਿਸੇ ਨੇ ਉਹਨੂੰ ਪਾਇਆ, ਉਹਦੇ 'ਤੇ ਉਹਨੇ ਸੰਤੋਖ ਨਹੀਂ ਰਿਹਾ, ਉਹ ਫਿਰ ਛਿੱਕੂ ਵੱਲ ਵੀ ਤੱਕਦਾ ਹੈ, ਫਿਰ ਉਹ ਪੌਣੇ ਵੱਲ ਵੀ ਤੱਕਦਾ ਹੈ, ਫਿਰ ਉਹ ਜਿਹੜਾ ਚੱਕੀ 'ਤੇ ਰੱਖਿਆ ਹੁੰਦਾ ਪਰੋਲਾ ਸਾਫ਼ ਕਰਨ ਲਈ, ਉਹ ਇੰਨਾ ਕੁ ਗਿਰ ਜਾਂਦਾ ਵੀ ਰੋਟੀਆਂ ਖਾਣ ਤੋਂ ਬਾਅਦ ਉਹ ਪਰੋਲਾ ਵੀ ਲੈ ਕੇ ਚੁੱਕ ਤੁਰਦਾ ਹੈ। ਜਿਹੜੀ ਗੱਲ ਬਾਬਾ ਕਬੀਰ ਜੀ ਨੇ ਵੀ ਕੀਤੀ ਇਹਦੇ ਨਾਲ ਮਿਲਦੀ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਉਹ ਇਹ ਸ਼ਬਦਾਂ ਦੀ ਵਿਆਖਿਆ ਵੀ ਉਹ ਸੁਭਾਅ ਬਿਆਨ ਕੀਤਾ ਹੋਇਆ ਵੀ ਜੇ ਕੁੱਤੇ ਵਰਗਾ ਸੁਭਾਅ ਰਾਜ 'ਤੇ ਬਹਿ ਜਾਏ ਤਾਂ ਉਹ ਰਾਜ 'ਤੇ ਬੈਠਣ ਤੋਂ ਬਾਵਜੂਦ ਉਹਨੂੰ ਉੱਚੀ ਪਦਵੀ ਘੱਟ ਨਜ਼ਰ ਆਉਂਦੀ ਹੈ, ਪਰ ਉਹਨੂੰ ਸੁਭਾਅ ਵੱਢ ਖਾਣ ਵਾਲਾ ਜਿਹੜਾ ਉਹ ਛੱਡਦਾ ਨਹੀਂ। ਇਸੇ ਤਰ੍ਹਾਂ ਇੱਥੇ ਭਾਈ ਸਾਹਿਬ ਕਹਿੰਦੇ ਨੇ ਵੀ ਜਦੋਂ ਕੁੱਤਾ ਰਾਜ 'ਤੇ ਬਹਿੰਦਾ ਅਤੇ ਉੱਤੋਂ ਤੁਸੀਂ ਇਨਸਾਫ ਦੀ ਜਿਹੜੀ ਗੱਲ ਆ ਨਾ ਉਹ ਆਸ ਨਾ ਰੱਖਿਓ, ਕਿਉਂਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਕੰਮ ਉਹਨਾਂ ਵੱਢਣਾ। ਇਸ ਤਰ੍ਹਾਂ ਦੇ ਜਿਹੜੇ ਸ਼ਬਦ ਸਨ ਉੱਥੋਂ ਇਹਨਾਂ ਨੂੰ ਤਲਖੀ ਹੋਣੀ। ਜਾਂ ਰਾਜੇ ਪਾਪ ਕਮਾਵੰਦੇ ਉਲਟੀ ਵੜ ਖੇਤ ਕੋ ਖਾਈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਇਹ ਅਜਿਹੇ ਸ਼ਬਦਾਂ ਤੋਂ ਵੀ ਇਹਨਾਂ ਨੂੰ ਤਲਖੀ ਹੁੰਦੀ ਹੈ। ਭਾਈ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਮਤਲਬ ਇਹ ਵੀ ਕਿਹਾ ਜਾਂਦਾ ਵੀ ਇਹ ਸ਼ਬਦ ਗਾਉਣੇ ਨਹੀਂ, ਜਿਵੇਂ ਤੁਸੀਂ ਕਹਿ ਰਹੇ ਹੋ? ਹਾਂ, ਮੈਨੂੰ ਤਾਂ ਇਸ ਸ਼ਬਦ ਤੋਂ ਵਰਜਿਆ ਵੀ ਗਿਆ ਨਾ, ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਜਾਂ ਉਹ ਵਾਰ-ਵਾਰ ਤੁਸੀਂ ਇਹ ਸ਼ਬਦ ਕਿਉਂ ਪੜ੍ਹਦੇ ਹੋ, ਜਦ ਕਿ ਅਸੀਂ ਉਹਨਾਂ ਦਿਨਾਂ 'ਚ ਇਹ ਸ਼ਬਦ ਅਕਸਰ ਪੜ੍ਹਦੇ ਸਾਂ ਜਦੋਂ 84 ਦੀ ਗੱਲ ਆਉਂਦੀ ਆ, 6 ਜੂਨ ਦੀ, ਜਾਂ ਉਹ 84 ਕਤਲੇਆਮ ਦੀ ਗੱਲ ਆਉਂਦੀ ਹੈ, ਜਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਹੈ, ਉਹਨਾਂ ਦਿਨਾਂ 'ਚ ਸ਼ਬਦ ਅਕਸਰ ਗਾਏ ਜਾਂਦੇ ਆ। ਅਤੇ ਦੂਸਰਾ ਇਹ ਸੀਗਾ ਕਿ ਇੱਕ ਘਟਨਾ ਵਾਪਰੀ ਸੀ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਅੰਦਰ ਅਨੰਦਪੁਰ ਸਾਹਿਬ, ਜਿਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਕੋੜਮੇ ਦੇ ਕਬਜ਼ੇ 'ਚ ਹੈ। 2015 ਦੀ ਗੱਲ ਹੈ, ਅਪ੍ਰੈਲ 18 ਜਾਂ 19 ਅਪ੍ਰੈਲ ਦੀ ਰਾਤ ਦੀ ਗੱਲ ਆ। ਉੱਥੇ ਇਹਨਾਂ ਦੇ ਮੁਲਾਜ਼ਮ ਗੁਰਦੁਆਰੇ 'ਚ ਸ਼ਰਾਬ ਪੀਂਦੇ ਨੇ, ਮੀਟ ਖਾਂਦੇ ਨੇ। ਉਸ ਤਰ੍ਹਾਂ ਹੀ ਇੱਕ ਬੰਦਾ ਤਾਬਿਆ ਜਾ ਕੇ ਬੈਠਦਾ ਹੈ, ਉਲਟੀਆਂ ਮਹਾਰਾਜ ਜੀ ਦੇ ਸਰੂਪ 'ਤੇ ਕਰਦਾ ਹੈ। ਉਹ ਸਰੂਪ ਅਜੇ ਤੱਕ ਕਿੱਥੇ ਆ ਉਹਦਾ ਕੋਈ ਪਤਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਹ ਬਕਾਇਦਾ ਸਟੇਟਮੈਂਟ ਦਿੱਤੀ ਸੀ, ਅਸੀਂ ਦੋਸ਼ੀ ਵੀ ਲੱਭਾਂਗੇ, ਅਸੀਂ ਉਹਨਾਂ 'ਤੇ ਕਾਰਵਾਈ ਵੀ ਕਰਾਂਗੇ, ਅਸੀਂ ਪਸ਼ਚਾਤਾਪ ਦਾ ਅਖੰਡ ਪਾਠ ਕਰਾਂਗੇ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੱਭਾਂਗੇ ਜਿਹੜਾ ਖੁਰਦ ਬੁਰਦ ਹੋਇਆ। ਇਹਨਾਂ ਦੀ ਜਿਹੜੀ ਸਟੇਟਮੈਂਟ ਆ ਜਾਂ ਇਹਨਾਂ ਦੀਆਂ ਫਾਈਲਾਂ ਅੱਜ ਵੀ ਬੋਲਦੀਆਂ ਨੇ। ਉਸ ਗੱਲ ਨੂੰ ਬਲਦੇਵ ਸਿੰਘ ਵਡਾਲੇ ਨੇ ਸੰਗਤਾਂ ਦੇ ਸਾਹਮਣੇ ਕਿਉਂ ਰੱਖਿਆ? ਇਹ ਮੇਰਾ ਗੁਨਾਹ ਸੀ। ਉਹਦੇ ਲਈ ਮੈਨੂੰ ਨੋਟਿਸ ਵੀ ਆਇਆ
ਫਿਰ ਮੇਰੇ ਨਾਲ ਭਾਈ ਬਲਵਿੰਦਰ ਸਿੰਘ ਪੜੈਣ ਹੋਣੀ, ਉਹਨਾਂ ਨੇ ਉਸ ਵਕਤ ਤੋਂ ਪੇਪਰ 'ਚ ਛਾਪਿਆ, ਇੱਕ ਨੋਟਿਸ ਉਹਨਾਂ ਨੂੰ ਗਿਆ ਸੀ। ਇਹ 2 ਨੋਟਿਸ ਅੱਜ ਵੀ ਸਾਡੇ ਕੋਲੇ ਪਏ ਹੋਏ ਆ। ਇਹ ਸਾਡਾ ਕਸੂਰ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਗੱਲ ਤੁਸੀਂ ਕਿਉਂ ਕੀਤੀ, ਔਰ ਜਿਹੜੇ ਸ਼ਬਦ ਬਾਦਲ ਦਲ ਨੂੰ ਚੰਗੇ ਨਹੀਂ ਲੱਗਦੇ ਤੁਸੀਂ ਕਿਉਂ ਪੜ੍ਹਦੇ ਹੋ। ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਮੈਨੂੰ ਜੀਂਦ ਬਦਲਿਆ ਗਿਆ, ਤੇ ਜੀਂਦ ਤੋਂ ਫਿਰ ਸਾਨੂੰ ਇੱਧਰ ਬਦਲਿਆ ਗਿਆ ਜੀ ਇੱਧਰਲੇ ਪਾਸੇ। ਜਦੋਂ ਆਪਾਂ ਜਾਂਦੇ ਹਾਂ ਅੰਬਾਲੇ ਤੋਂ ਜਗਾਦਰੀ ਵੱਲ ਇੱਕ ਗੁਰੂ ਘਰ ਆ, ਚਿੱਠੀ ਮੈਨੂੰ ਇਹਨਾਂ ਨੇ ਉਹ ਕੋਈ ਨਹੀਂ ਦਿੱਤੀ। ਅਖੀਰੀ ਆਰਡਰ ਰਾਤ 8 ਵਜੇ 31 ਮਾਰਚ 2016 ਨੂੰ ਦਿਨੇ ਬਜਟ ਇਹਨਾਂ ਨੇ ਪੇਸ਼ ਕੀਤਾ। ਅਸੀਂ ਉਸ ਬਜਟ ਦੇ ਵਿੱਚ ਬਾਹਰ ਖੜ ਕੇ ਹੋਕਾ ਦਿੱਤਾ ਸੀਗਾ ਵੀ ਗੁਰੂ ਦੀ ਗੋਲਕ 'ਤੇ ਡਾਕਾ ਨਾ ਮਾਰਿਆ ਜਾਏ, ਤੇ ਇਹ ਦਿਨੇ ਬਜਟ ਪਾਸ ਕਰਦੇ ਨੇ, ਜਿੱਥੇ 104 ਕਰੋੜ ਬਾਦਲਾਂ ਨੂੰ ਮੱਕੜ ਨੇ ਦੇਣਾ ਸੀ, ਗੁੱਸੇ 'ਚ ਆ ਕੇ 109 ਦਿੱਤਾ ਜੀ ਵੀ ਤੁਸੀਂ ਕੌਣ ਹੁੰਦੇ ਰੋਕਣ ਵਾਲੇ। 109 ਕਰੋੜ ਵਾਪਸ ਉਹ ਦੇ ਗਿਆ ਜੀ ਇਹਨਾਂ ਨੂੰ ਫੰਡ ਦੇ ਰੂਪ 'ਚ। ਤੇ ਰਾਤ ਨੂੰ 8 ਵਜੇ ਮੇਰੇ ਘਰੇ ਆਰਡਰ ਘੱਲ ਦਿੱਤੇ ਵੀ ਤੁਹਾਨੂੰ ਦਰਬਾਰ ਸਾਹਿਬ ਤੋਂ ਕੱਢਿਆ ਜਾਂਦਾ ਹੈ। ਤੇ ਅਸੀਂ ਫਿਰ ਅਰਦਾਸ ਕੀਤੀ ਵੀ ਗੁਰੂ ਰਾਮਦਾਸ ਜੀ, ਇਹਨਾਂ ਸਾਨੂੰ ਤੁਹਾਡੇ ਘਰ 'ਚੋਂ ਕੱਢਿਆ ਹੈ, ਪਰ ਤੁਹਾਨੂੰ ਸਾਡੇ ਅੰਦਰੋਂ ਨਹੀਂ ਕੱਢ ਸਕਦੇ। ਨਾ ਇਹ ਕੀਰਤਨ ਮੇਰੇ ਕੋ ਅੰਦਰੋਂ ਖੋਹ ਸਕਦੇ ਆ, ਹੱਥ 'ਚੋਂ ਵਾਜਾ ਖੋਹ ਸਕਦੇ ਆ। ਤੇ ਉਹ ਹੁਣ ਸੰਗਤ ਨੇ ਵੇਖਣਾ ਹੈ, ਪੰਥ ਨੇ ਵੇਖਣਾ ਹੈ ਕਿ ਜਿਨ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਿਕਾਰ ਕਰਕੇ ਸਾਨੂੰ ਉੱਥੋਂ ਕੱਢਿਆ ਹੈ, ਤੇ ਹੁਣ ਗੁਰੂ ਦੇ ਅਦਬ ਸਤਿਕਾਰ ਕਰਕੇ ਅਸੀਂ ਇਹਨਾਂ ਨੂੰ ਬਾਹਰ ਕਰਨ ਦਾ ਤਹਈਆ ਕੀਤਾ ਹੈ। ਜਬਰੀ ਉਹ ਕੱਢਿਆ ਗਿਆ, ਤੁਸੀਂ ਆਪਣੇ ਆਪ ਨਹੀਂ ਆਏ ਜਾਂ ਤੁਹਾਨੂੰ ਕੋਈ ਤੁਹਾਡੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਕੱਢਿਆ, ਮਤਲਬ ਜਬਰੀ ਕੱਢਿਆ ਗਿਆ? ਜੀ, ਇਹ ਜਬਰ ਆ, ਤੇ ਜਬਰ ਦਾ ਹੁਣ ਮੁਕਾਬਲਾ ਅਸੀਂ ਸਬਰ ਨਾਲ ਵੀ ਕਰਾਂਗੇ ਤੇ ਜੂਝ ਕੇ ਵੀ ਕਰਾਂਗੇ। ਤੇ ਉਸ ਤੋਂ ਬਾਅਦ ਸਿੱਖ ਸਦਭਾਵਨਾ ਦਲ ਬਣਾਇਆ, ਕਿਵੇਂ ਤੁਹਾਡੇ ਮਨ 'ਚ ਆਈ ਵੀ ਸਦਭਾਵਨਾ ਦਲ ਬਣਾਇਆ ਜਾਵੇ? ਇਸ ਘਟਨਾ ਨੂੰ ਲੈ ਕੇ ਹਿਰਦਾ ਵੇਦਕ ਸੀ, ਔਰ ਇੱਥੇ ਇਹਨਾਂ ਨੇ ਕਿਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ, ਤੇ ਜਿਹੜੇ ਬਾਅਦ ਵਿੱਚ ਕਾਂਡ ਵਾਪਰੇ ਨੇ, ਬਿਬਲ ਕਲਾਂ, ਬਰਗਾੜੀ ਕਾਂਡ ਜਾਂ ਹੋਰ 130-40 ਕਰੀਬਨ ਜਿਹੜੀਆਂ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਵਾਪਰੀਆਂ ਵੱਖ-ਵੱਖ ਥਾਵਾਂ 'ਤੇ, ਉਹ ਸ਼ਾਇਦ ਨਾ ਵਾਪਰਦੀਆਂ। ਇਹਨਾਂ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਕਿ ਇੱਕ ਬੰਨੇ ਸਰਕਾਰ ਇਹਨਾਂ ਦੀ ਹੈ, ਬਾਦਲਾਂ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਬਾਦਲਾਂ ਦਾ ਹੈ, ਔਰ ਇਸ ਟੱਬਰ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕਰਵਾਈ ਆ, ਉਲਟਾ ਜਿਹੜੇ ਇਨਸਾਫ ਮੰਗ ਰਹੇ ਸੀ ਉਹਨਾਂ 'ਤੇ ਗੋਲੀਆਂ ਚਲਾਈਆਂ, ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਦੀਆਂ ਪੱਗਾਂ ਲੱਥੀਆਂ, ਉਹਨਾਂ 'ਤੇ ਪਰਚੇ ਕੀਤੇ ਗਏ। ਇਹ ਸਭ ਕੁਛ ਨੂੰ ਵੇਖਦਿਆਂ ਫਿਰ ਸੋਚਿਆ ਵੀ ਇਹ ਚੱਬੇ ਦਾ ਇਕੱਠ ਵੀ ਵੇਖਿਆ ਸੀ, ਹੋਰ ਵੀ ਬਰਗਾੜੀ ਦੇ ਇਕੱਠ ਵੀ ਵੇਖੇ ਬਾਅਦ ਵਿੱਚ, ਪਰ ਉਹ ਪੁਰਾਣੀਆਂ ਘਟਨਾਵਾਂ ਨੂੰ ਲੈ ਕੇ ਮਨ 'ਚ ਖਿਆਲ ਆਇਆ ਕਿ ਹੱਲ ਧਰਨੇ, ਭੁੱਖ ਹੜਤਾਲਾਂ ਜਾਂ ਵਿਖਾਵੇ ਜਾਂ ਕੋਈ ਹੋਰ ਮਾਰਚ ਨਹੀਂ ਆ, ਹੱਲ ਬਾਦਲਾਂ ਦਾ ਬਦਲ ਹੈ। ਤੇ ਬਾਦਲਾਂ ਦਾ ਬਦਲ ਦੇਣ ਲਈ ਫਿਰ ਅਸੀਂ 2016-22 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਆਰੰਭਤਾ ਕੀਤੀ, ਜਿਹਦਾ ਮਕਸਦ ਇਹ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਬਾਦਲ ਕੋੜਮੇ ਵਰਗੀ ਗੰਦੀ ਰਾਜਨੀਤੀ ਨੂੰ ਹਮੇਸ਼ਾ ਲਈ ਗੁਰਦੁਆਰਿਆਂ 'ਚੋਂ ਬਾਹਰ ਕੱਢਣਾ। ਔਰ ਇਹ ਜਿਹੜੀ ਸਿੱਖ ਸਦਭਾਵਨਾ ਦਲ ਦੀ ਸਥਾਪਨਾ ਹੋਈ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ, ਇਹ ਕੋਈ ਅਸੀਂ ਨਹੀਂ ਕੀਤੀ, ਇਹਦੇ ਪਿੱਛੇ ਵੀ ਇੱਕ ਇਤਿਹਾਸ ਹੈ। ਉਹ ਇਹ ਹੈ ਕਿ ਜਿਸ ਵਕਤ ਪ੍ਰਿਥੀ ਚੰਦ ਸਰਕਾਰਾਂ ਨਾਲ ਰਲਦਾ ਹੈ, ਗੁਰੂ ਘਰ ਦੇ ਵਿਰੋਧੀਆਂ ਨਾਲ ਰਲ ਕੇ, ਤੇ ਉਹਨੇ ਸਤਿਗੁਰਾਂ ਦੀ ਬਾਣੀ ਦੇ ਤੁੱਲ ਕਵਿਤਾਵਾਂ ਰਚਨੀਆਂ ਸ਼ੁਰੂ ਕੀਤੀਆਂ ਭੁਲੇਖਾ ਪਾਉਣ ਲਈ, ਦੁਕਾਨ ਚਲਾਉਣ ਲਈ। ਦੂਸਰੇ ਪਾਸੇ ਉਹਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਦੁੱਖ ਨਿਵਾਰਨ ਹਰਿਮੰਦਰ ਸਾਹਿਬ ਵਰਗਾ ਗੁਰਦੁਆਰਾ ਖੜਾ ਕੀਤਾ। ਤੀਸਰਾ ਉਹਨੇ ਮਸੰਦਾਂ ਦੇ ਰਾਹੀਂ ਗੁਰੂ ਘਰ ਨੂੰ ਖੋਰਾ ਲਾਉਣ ਲਈ ਗੁਰੂ ਦੀ ਗੋਲਕ 'ਤੇ ਡਾਕਾ ਮਾਰਿਆ, ਜਿਨ੍ਹਾਂ ਨੂੰ ਨਾਮ ਬਰਦਾਸ਼ਤ ਕਰਦਿਆਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀਆਂ ਨੇ ਕਮਰ ਕੱਸੇ ਕੀਤੇ, ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਕਿ ਇਹ ਮੀਣਾ ਹੈ, ਇਹ ਗੋਲਕ ਚੋਰ ਹੈ, ਇਹ ਗੁਰੂ ਘਰ ਦਾ ਵਿਰੋਧੀ ਹੈ, ਇਸ ਨੂੰ ਸੰਗਤ ਮੂੰਹ ਨਾ ਲਾਵੇ। ਉਹ ਸੱਚ ਸਾਹਮਣੇ ਆਇਆ ਤੇ ਸਿੱਖ ਸੰਗਤਾਂ ਜਿਹੜੀਆਂ ਸੀ ਆਪਣੇ ਇਹਨਾਂ ਲੋਟੂਆਂ ਤੋਂ ਬਚੀਆਂ, ਗੁਰੂ ਸਾਹਿਬ ਜੀ ਦੇ ਨਾਲ ਜੁੜੀਆਂ, ਤੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਜਿਹੜਾ ਸਰਮਾਇਆ ਸੀ ਉਹ ਸਿੱਖਾਂ ਨੇ ਆਬਾਦ ਰੱਖ ਲਿਆ। ਇਸੇ ਚੀਜ਼ ਨੂੰ ਧਿਆਨ 'ਚ ਰੱਖਦਿਆਂ ਜਦੋਂ ਧੀਰ ਮੱਲੀਆਂ ਨੇ ਸਿਰ ਚੁੱਕੇ ਤੇ ਬਾਬਾ ਮੱਖਣ ਸ਼ਾਹ ਲਵਾਣਾ ਜੀ ਆਏ,
ਉਹਨਾਂ ਧੀਰ ਮੱਲੀਆਂ ਦੀਆਂ ਮੁਸ਼ਕਾਂ ਬੰਨੀਆਂ। ਫਿਰ ਸਮਾਂ ਆਇਆ ਜੀ, ਇਹੀ ਘਟਨਾ ਫਿਰ ਵਾਪਰੀ ਤੇ ਬਾਬਾ ਦੀਪ ਸਿੰਘ ਜੀ ਆਏ। ਫਿਰ ਇਸੇ ਤਰ੍ਹਾਂ ਸਮਾਂ ਬਣਿਆ, ਸਮੇਂ ਨੇ ਕਰਵਟ ਲਈ। 100 ਸਾਲ ਪਹਿਲਾਂ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਧਾਰੋਵਾਲੀ, ਜਿਨ੍ਹਾਂ ਨੇ ਸ਼ਹੀਦੇ ਜਾਮ ਪੀ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਇੱਕ ਰੂਹ ਫੂਕ ਦਿੱਤੀ ਕਿ ਜਿੰਨਾ ਚਿਰ ਦੁਨੀਆ ਹੈ ਤੇ ਰਹਿੰਦੀ ਦੁਨੀਆ ਤੱਕ ਸਿੱਖ ਧਰਮ ਦੇ ਅੰਦਰ ਇਸ ਤਰ੍ਹਾਂ ਦੇ ਸਿਰ ਫਿਰੇ ਲੋਕ ਖੋਰਾ ਲਾਉਣ ਦੀ ਕੋਸ਼ਿਸ਼ ਕਰਨਗੇ, ਗੋਲਕਾਂ ਖਾਣ ਦੀ ਗੱਲ ਕਰਨਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਟੇਢੇ ਢੰਗ ਨਾਲ ਉਸ ਸਿਧਾਂਤ ਨੂੰ ਖਤਮ ਕਰਨ ਦੀ ਗੱਲ ਕਰਨਗੇ, ਜਿੰਨਾ ਚਿਰ ਇਹ ਨਰੈਣੂ ਕੋੜਮਾ ਪੈਦਾ ਹੋਏਗਾ ਉਨਾ ਚਿਰ ਸ਼ਹੀਦ ਭਾਈ ਲਛਮਣ ਸਿੰਘ ਵੀ ਪੈਦਾ ਹੋਏਗਾ। ਯਾਨੀ ਕਿ ਨਰੈਣੂ ਕੋੜਮਾ ਅੱਜ ਵੀ ਹੈ ਔਰ ਇਹ ਰਹਿਣਾ ਵੀ ਹੈ, ਕਿਉਂਕਿ ਝੋਨੇ ਦੇ ਨਾਲ ਡੀਲਾ ਰਹਿੰਦਾ ਹੀ ਹੈ, ਉਹ ਬਰੂ ਵੀ ਰਹਿੰਦੇ ਆ, ਹੋਰ ਵੀ ਉਹ ਕਈ ਕੁਛ ਹੀ ਰਹਿੰਦਾ ਹੈ ਨਾ, ਉਹ ਕੱਢਣਾ ਹੀ ਪੈਂਦਾ ਸਮੇਂ ਨਾਲ। ਇਹ ਚੱਲਦਾ ਰਹਿਣਾ, ਇਹ ਮੁੱਕਣਾ ਨਹੀਂ। ਪਰ ਉਹਦੇ ਲਈ ਸਾਡੇ ਲਈ ਇਹ ਆ ਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਉਸ ਚੀਜ਼ ਨੂੰ ਅੱਜ ਫਿਰ ਜਦੋਂ ਵੇਖਿਆ ਕਿ ਜੋ ਨਰੈਣੂ ਕਰਦਾ ਸੀ ਉਹੀ ਬਾਦਲ ਕੋੜਮਾ ਗੁਰਦੁਆਰਿਆਂ 'ਚ ਅੱਜ ਕਰ ਰਿਹਾ, ਤੇ ਨਰੈਣੂ ਦੀ ਰੂਹ ਵੀ ਅੱਜ ਆਖਦੀ ਹੋਣੀ ਆ ਕਿ ਬਾਦਲ ਕੋੜਮੇ ਨੂੰ ਵੀ ਜਿੰਨਾ ਮੈਂ ਗਿਰਿਆ ਸੀ ਨਾ, ਤੁਸੀਂ ਮੇਰੇ ਤੋਂ ਕਈ ਗੁਣਾ ਵੱਧ ਗਿਰ ਗਏ। ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਕੋੜਮਾ ਅੱਜ ਵੀ ਨਸ਼ੇ ਕਰਦਾ ਹੈ, ਅੱਜ ਵੀ ਉਹ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਕਰਵਾ ਰਿਹਾ, ਗੁਰੂ ਦੀਆਂ ਗੋਲਕਾਂ 'ਤੇ ਐਸ਼ ਪ੍ਰਸਤੀ ਹੋ ਰਹੀ ਹੈ। ਘਟੀਆ ਕਿਸਮ ਦੀ ਰਾਜਨੀਤੀ ਇਹਨਾਂ ਨੇ ਕੀਤੀ, ਜਿਹੜੀ ਅਕਾਲ ਤਖਤ ਸਾਹਿਬ ਤੋਂ ਆਪਣੇ ਰਖੇਲ ਬਣੇ ਜਥੇਦਾਰਾਂ ਦੇ ਰਾਹੀਂ। ਉਹ ਸਾਰਾ ਕੁਝ ਮੱਦੇ ਨਜ਼ਰ ਰੱਖਦਿਆਂ ਉਹਦੇ ਹੱਲ ਲਈ ਸਿੱਖ ਸਦਭਾਵਨਾ ਦਲ ਹੋਂਦ ਵਿੱਚ ਆਇਆ ਤੇ ਸਿੱਖ ਸਦਭਾਵਨਾ ਦਲ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ। ਉਸ ਦੀ ਸਫਲਤਾ ਲਈ ਫਿਰ ਅਸੀਂ ਇੱਕ ਨਾਅਰਾ ਦਿੱਤਾ ਹੈ, ਸਿੱਖ ਸੰਗਤ ਜੀ, ਸਿੱਖ ਨੀਤੀ ਲਿਆਈਏ, ਰਾਜਨੀਤਿਕ ਭਜਾਈਏ, ਤਾਂ ਜੋ ਨਰੈਣੂ ਭਜਾਈਏ ਤੇ ਪੰਥ ਰੁਸ਼ਨਾਈਏ ਦਾ ਸੁਪਨਾ 100 ਸਾਲ ਪਹਿਲਾਂ ਬਜ਼ੁਰਗਾਂ ਨੇ ਲਿਆ ਸੀ, ਉਹਨੂੰ ਜਿਉਂਦਾ ਰੱਖਿਆ ਜਾ ਸਕੇ। ਵੈਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਸਵਾਲ ਪੁੱਛੇ ਜਾਂਦੇ ਨੇ, ਕਹਿੰਦੇ ਨੇ ਉਹ ਕਿ ਸਾਡਾ ਐਸਜੀਪੀਸੀ 'ਚ ਕੋਈ ਉਹ ਨਹੀਂ, ਕੋਈ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ। ਉਹਦੇ ਪ੍ਰਧਾਨ ਬਣੇ ਹੋਏ ਨੇ, ਐਸਜੀਪੀਸੀ ਦੇ ਪ੍ਰਧਾਨ ਨੇ, ਐਸਜੀਪੀਸੀ ਦੇ ਜਥੇਦਾਰ ਨੇ, ਵੀ ਉਹੀ ਕਰਦੇ ਨੇ, ਵੀ ਸਾਡੀ ਕੋਈ ਦਖਲਅੰਦਾਜ਼ੀ ਨਹੀਂ। ਕੀ ਕਹੋਗੇ? ਇਹ ਪੂਰੀ ਦਖਲਅੰਦਾਜ਼ੀ ਹੈ ਜੀ। ਇਸ ਟੱਬਰ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੱਤਾ ਨਹੀਂ ਹਿੱਲ ਸਕਦਾ। ਅੱਜ ਜੋ ਕੁਛ ਵੀ ਉੱਥੇ ਵਾਪਰਿਆ ਹੈ, ਗੋਲਕਾਂ ਦੀ ਚੋਰੀ, ਜ਼ਮੀਨਾਂ ਦੇ ਵੱਡੇ ਵੱਡੇ ਘਪਲੇ, ਜਾਂ ਹੋਰ ਜਿੰਨੀ ਵੀ ਦੁਰਵਰਤੋਂ ਹੋ ਰਹੀ ਹੈ ਉੱਥੇ, ਗਲਤ ਕੰਮ ਸਾਹਮਣੇ ਆ ਰਹੇ ਨੇ, ਵੀਡੀਓ ਸਾਹਮਣੇ ਆ ਰਹੀਆਂ ਨੇ, ਜਿਹੜਾ ਸ਼ਰਮਸ਼ਾਰ ਹੋਣਾ ਪੈਂਦਾ ਕਿ ਗੁਰਦੁਆਰਿਆਂ ਦੇ ਵਿੱਚ ਲੋਕ ਇਹ ਸੁਣੇ ਆ, ਕਹਿੰਦੇ ਵੀ ਜਿਹੜੇ ਬਾਹਰ ਗੁਨਾਹ ਕਰਦੇ ਸਾਂ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਬਖਸ਼ਾ ਆਏ ਹਾਂ। ਇਹ ਟੱਬਰ ਉੱਥੋਂ ਸ਼ੁਰੂ ਕਰ ਰਿਹਾ ਹੈ, ਪਾਪ ਹੀ ਉੱਥੋਂ ਸ਼ੁਰੂ ਕਰ ਰਿਹਾ ਹੈ ਤੇ ਇਹਨਾਂ ਦਾ ਕੋੜਮਾ ਵੀ ਉੱਥੋਂ ਹੀ ਕਰ ਰਿਹਾ ਹੈ। ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਾਪਰੀਆਂ, ਤੇ ਇਹ ਬਾਦਲ ਦਲ, ਬਾਦਲ ਕੋੜਮਾ, ਬਾਦਲ ਪਰਿਵਾਰ, ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਸਿੱਖੀ ਸਿਧਾਂਤਾਂ ਦਾ ਇਹਨੇ ਘਾਣ ਕੀਤਾ ਹੈ। ਮਰਜ਼ਾਦਾਵਾਂ, ਜਿਹੜੀ ਸਾਡੀ ਮਰਜ਼ਾਦਾ ਸੀ ਸਿੱਖਾਂ ਦੀ ਆ, ਉਹ ਸਾਰਾ ਕੁਛ ਤਹਿਸ ਨਹਿਸ ਕੀਤਾ ਹੈ। ਇਹਦੇ ਲਈ ਜ਼ਿੰਮੇਵਾਰ ਬਾਦਲ ਕੋੜਮਾ ਹੈ, ਬਾਦਲ ਪਰਿਵਾਰ ਹੈ, ਇਹ ਭੱਜ ਨਹੀਂ ਸਕਦਾ। ਔਰ ਜਿੱਥੋਂ ਤੱਕ ਇਹ ਦਖਲਅੰਦਾਜ਼ੀ ਹੈ, ਇਹਨਾਂ ਦੀ 100 ਤਾਂ ਕਿ 110% ਇਹ ਗਾਂਹ ਇਹ ਸਾਰਾ ਕੁਛ ਕਰਦੇ ਨੇ ਜੀ। ਵੈਸੇ ਤੁਸੀਂ ਕਿਹਾ ਹੀ ਆ ਕਿ ਸ਼ਬਦ ਗਾਇਨ 'ਚ ਵੀ ਕਿ ਇਹ ਸ਼ਬਦ ਦਰਬਾਰ ਸਾਹਿਬ 'ਚ ਗਾਉਣੇ ਨੇ, ਇਹ ਸ਼ਬਦ ਨਹੀਂ ਗਾਉਣੇ ਜੀ, ਵੀ ਇੱਥੋਂ ਤੱਕ ਦਖਲਅੰਦਾਜ਼ੀ, ਇਹ ਤਾਂ ਲੋਕਾਂ ਨੂੰ ਸੋਚ ਵੀ ਨਹੀਂ ਸਕਦੇ ਵੀ ਐਵੇਂ ਦੀ ਦਖਲਅੰਦਾਜ਼ੀ ਹੋ ਸਕਦੀ ਹੈ। ਬਿਲਕੁਲ ਜੀ, ਇਹਨਾਂ ਦੀ ਹੈ। ਅਸੀਂ ਤੁਹਾਡੇ ਸਾਹਮਣੇ ਪ੍ਰੂਫ ਬੈਠੇ ਹੋਏ ਹਾਂ, ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਦਿਨ ਇਹਨਾਂ ਦੇ ਉਹ ਤਰੀਕ ਨਹੀਂ ਚੇਤੇ, ਜਿੱਦਣ ਜਿਹੜਾ ਸੁਖਬੀਰ ਬਾਦਲ ਸੀ, ਇਹਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣੀ ਸੀ। ਸਾਡੀ ਡਿਊਟੀ ਸਵੇਰੇ 10 ਕੁ ਵਜੇ ਸੀ, ਉੱਧਰੋਂ ਸ਼ਾਮੀ ਜਿਹੜੀ ਲਾਈਵ ਚੱਲਦੀ ਉਹ ਸੀਗੀ। ਉਸ ਵਕਤ ਅਸੀਂ 2-3 ਦਿਨ ਬਾਹਰੋਂ ਲਾ ਕੇ ਆਏ ਸਾਂ, ਮੈਂ ਤੇ ਮੇਰਾ ਸਾਥੀ, ਤੇ ਅਸੀਂ ਸ਼ਬਦ ਤਾਂ ਹੋਰ ਸੋਚੇ ਸੀ ਕਿ ਦਰਬਾਰ ਸਾਹਿਬ ਜਾ ਕੇ ਮਨ ਬਣ ਗਿਆ ਕਿ ਕੱਲ੍ਹ ਮਾਘੀ ਲੰਘੀ ਆ, ਤੇ ਮੈਂ ਸਿੰਘ ਨਾਲ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਭਾਈ ਮਹਾ ਸਿੰਘ ਨੂੰ ਯਾਦ ਕਰ ਲਈਏ ਅੱਜ ਦਰਬਾਰ ਸਾਹਿਬ, ਟੂਟੀ ਗੰਢ ਨਿਹਾਰ ਗੋਪਾਲ।
ਵੀ ਮਹਾਰਾਜ ਜੀ ਸਾਡੀ ਵੀ ਟੁੱਟੀ ਗੰਢ ਲਓ ਜਿਵੇਂ ਤੁਸੀਂ ਉਹਨਾਂ ਦੀ ਗੰਢੀ ਸੀ। ਅਸੀਂ ਉਹ ਸ਼ਬਦ ਦਾ ਉਹ ਵਿਸ਼ਾ ਰੱਖ ਲਿਆ, ਟੂਟੀ ਗੰਢਨ ਹਰ ਗੋਪਾਲ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਵੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਓ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਸ ਵਕਤ ਇਹ ਸ਼ਬਦ ਅਸੀਂ ਜਦੋਂ ਪੜ੍ਹ ਰਹੇ ਸਾਂ ਤੇ ਇਹ ਸਾਰਾ ਪਰਿਵਾਰ ਟੱਬਰ ਮੱਥਾ ਟੇਕਣ ਅੰਦਰ ਆ ਗਿਆ ਤੇ ਇਹ ਤਾਂ ਮੱਥਾ ਟੇਕ ਕੇ ਚਲੇ ਗਏ। ਪਰ ਬਾਅਦ ਵਿੱਚ ਜਿਹੜੇ ਗਿਆਨੀ ਗੁਰਬਚਨ ਸਿੰਘ ਹੋਣੀ ਸੀ ਜਾਂ ਹੈੱਡ ਗ੍ਰੰਥੀ ਸੋ ਤਾਂ ਮੇਰੇ ਦੁਆਲੇ ਹੋ ਗਏ ਜੀ, ਤੁਹਾਨੂੰ ਸ਼ਬਦ ਇਹੀ ਲੱਭੇ ਨੇ, ਤੁਹਾਨੂੰ ਨਹੀਂ ਪਤਾ ਬਾਦਲ ਸਾਹਿਬ ਆਏ ਆ। ਤੇ ਮੈਂ ਕਿਹਾ ਜੀ ਸਾਨੂੰ ਕੀ ਪਤਾ ਵੀ ਇੱਥੇ ਸ਼ਬਦ ਵੀ ਬਾਦਲਾਂ ਦੇ ਪੜ੍ਹੇ ਜਾਣੇ ਚਾਹੀਦੇ ਆ, ਵੀ ਗੁਰੂ ਸਾਹਿਬ ਦੇ ਨਹੀਂ, ਇਹ ਕਿਉਂ? ਤੇ ਇਹਨਾਂ ਨੇ ਉਸ ਦਿਨ ਰਾਤ ਦੀ ਸ਼ਾਮ ਦੀ ਮੇਰੀ ਡਿਊਟੀ ਕੱਟੀ, ਮੇਰੀ ਜਗ੍ਹਾ ਤੇ ਦੂਸਰੇ ਰਾਗੀ ਸਿੰਘ ਤੋਂ ਕੀਰਤਨ ਕਰਵਾਇਆ। ਉਹ ਲਾਈਵ ਦੀ ਡਿਊਟੀ ਕੱਟ ਕੇ ਦੂਜੇ ਤੋਂ ਉਹਨਾਂ ਨੇ ਕੀਰਤਨ ਕਰਵਾਇਆ। ਕਿ ਤੁਹਾਨੂੰ ਵਰਜਿਆ ਗਿਆ ਪੂਰਾ ਕਿ ਕਿਉਂ ਤੁਸੀਂ ਇਹ ਸ਼ਬਦ ਗਾਇਨ ਕੀਤਾ? ਇਹ ਵੀ ਸ਼ਬਦ ਨਹੀਂ ਪੜ੍ਹਨਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਕਿਉਂਕਿ ਇਹ ਸਾਰਾ ਅਸੀਂ ਤਾਂ ਰਾਜ ਦੀਆਂ ਉੱਥੇ ਅਰਦਾਸਾਂ ਕਰਦੇ ਹਾਂ। ਪਰ ਚੇਤੇ ਰੱਖ ਲੈਣ, ਗੁਰੂ ਨਾਨਕ ਨੇ ਰਾਜ ਬਾਬਰ ਨੂੰ ਵੀ ਦਿੱਤਾ ਸੀ ਤੇ ਬਾਬਰ ਨੇ ਕਿਹਾ ਸੀ ਮਹਾਰਾਜ ਜੀ ਰਾਜ ਮੇਰਾ ਕਿੰਨਾ ਕੁ ਚਿਰ ਰਹੂ? ਸਤਿਗੁਰੂ ਕਹਿੰਦੇ ਜਿੰਨਾ ਚਿਰ ਬਾਬਰ ਤੇਰੇ ਰਾਜ 'ਚ ਇਨਸਾਫ ਰਹੂ। ਜਿੱਦਣ ਤੂੰ ਇਨਸਾਫ ਛੱਡ ਕੇ, ਫਰਜ਼ਾਂ ਦੀ ਗੱਲ ਛੱਡ ਕੇ ਹੱਕਾਂ ਦੀ ਤੇ ਪਿਤਾ ਪੁਰਖੀ ਕਬਜ਼ੇ 'ਚ ਪੈ ਗਿਆ, ਉਦੋਂ ਤੇਰੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਇਹ ਇਤਿਹਾਸ ਸਾਡੇ ਵਾਸਤੇ ਹੈ, ਕਿਸੇ ਦੂਜੇ ਵਾਸਤੇ ਨਹੀਂ। ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਮੁਆਫੀ ਦਿੱਤੀ ਗਈ, ਪਹਿਲਾਂ ਤਾਂ ਸਜ਼ਾ ਲਾਈ ਗਈ, ਫਿਰ ਅਚਾਨਕ ਮੁਆਫੀ ਦਿੱਤੀ ਗਈ। ਕੀ ਕਹੋਗੇ? ਸਿੱਖਾਂ ਦੇ ਬਲੂੰਦਰੇ ਖੜੇ ਹੋ ਗਏ ਕਿ ਕਿਉਂ ਮੁਆਫੀ ਕਿਉਂ ਦਿੱਤੀ ਗਈ ਆ? ਵੀ ਇਹ 'ਚ ਵੀ ਰਾਜਨੀਤੀ ਨੇ ਪੂਰਾ ਕੰਮ ਕੀਤਾ, ਰਾਜਨੀਤੀ ਇਹ 'ਚ ਐਂਟਰ ਹੋਈ ਆ? ਬਿਲਕੁਲ ਜੀ, ਇਹ ਵੀ ਇਸੇ ਬਾਦਲ ਪਰਿਵਾਰ ਦੀ ਮਿਹਰਬਾਨੀ ਨਾਲ ਸਭ ਕੁਝ ਹੋਇਆ। ਔਰ ਸਾਨੂੰ ਜਿਹੜਾ ਕੱਢਣ ਦੀ ਗੱਲ ਸੀਗੀ ਉਹ ਇਹ ਸਾਰੀਆਂ ਕੜੀਆਂ ਜੁੜਦੀਆਂ ਨੇ। ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਹੋਣਾ, ਫਿਰ ਇਹਨਾਂ ਸ਼ਬਦਾਂ ਨੂੰ ਲੈ ਕੇ ਗੱਲ ਤੁਰਨੀ, ਉਦੋਂ ਬਾਅਦ 3.5 ਲੱਖੀਆ ਇਹਨਾਂ ਨੇ ਸਕੱਤਰ ਲਾਇਆ ਗੁਰੂ ਦੀ ਗੋਲਕ ਤੇ, ਜਦੋਂ ਕਿ ਉਸੇ ਹੀ ਡਿਗਰੀ ਦੇ ਮਾਲਕ 1 ਰੁਪਈਆ ਤਨਖਾਹ ਲੈ ਕੇ ਗੁਰੂ ਰਾਮਦਾਸ ਜੀ ਦੇ ਘਰ 'ਚ ਸੇਵਾ ਕਰਨ ਲਈ ਤਿਆਰ ਸਨ, ਪਰ ਉਹਨਾਂ ਨੂੰ ਲਾਂਭੇ ਕੀਤਾ ਗਿਆ। ਜਿਹੜਾ ਬਾਦਲਾਂ ਦਾ ਹਰਮਨ ਪਿਆਰਾ ਸੀ ਉਹਨੂੰ ਰੱਖ ਲਿਆ ਗਿਆ। ਔਰ ਉਹਦੇ ਲਈ ਅਸੀਂ ਹਾਈ ਕੋਰਟ ਗਏ ਹਾਂ ਜੀ। ਹਾਈ ਕੋਰਟ 'ਚ ਜਾ ਕੇ ਅਸੀਂ ਇਹਨਾਂ ਨੂੰ ਘੇਰਿਆ ਤੇ ਫਿਰ ਇਹਨਾਂ ਉਹਦੇ ਤੋਂ ਅਸਤੀਫਾ ਲਿਆ। 3.5 ਲੱਖ ਰੁਪਈਆ ਨੂੰ ਤਨਖਾਹ ਦਿੰਦੇ ਸੀ ਜੀ। ਇਹ ਗੁਰੂ ਦੀ ਗੋਲਕ ਦੀਆਂ ਧੱਜੀਆਂ ਉਡਾਉਂਦੇ ਸਨ। 45,000 ਦੀ ਕੋਠੀ ਕਿਰਾਏ 'ਤੇ ਲੈ ਕੇ ਦਿੱਤੀ, ਗੱਡੀਆਂ ਦਿੱਤੀਆਂ, ਕਿੰਨਾ ਖਰਚ ਉਹਦੇ 'ਤੇ ਇਹ ਕਰ ਰਿਹਾ ਸੀ ਵੀ ਉਹ ਕੀ ਕਰ ਰਿਹਾ ਸੀ ਗੁਰੂ ਘਰ ਦਾ। ਉਦੋਂ ਬਾਅਦ ਫਿਰ ਇਹਨਾਂ ਦੇ ਆ ਰਾਮ ਰਹੀਮ ਵਾਲਾ ਜਿਹੜਾ ਮਸਲਾ ਲਿਆਂਦਾ ਵੀ ਉਹ ਵਿਦ ਸਾਰੀ ਤਿਆਰੀ ਕਰਕੇ ਪਲੈਨਡ ਸਿੱਖਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾਣਾ ਤੇ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਢਾਹ ਲਾਉਂਦਿਆਂ ਇਹਨਾਂ ਦੇ ਵਿਕਾਊ ਜਥੇਦਾਰ ਜਿਹੜੇ ਸੀ ਰਖੇਲਾਂ ਬਣ ਚੁੱਕੇ ਗੁਰਬਚਨ ਸਿੰਘ ਵਰਗੇ, ਉਹਨਾਂ ਨੇ ਫਿਰ ਫਰਮਾਨ ਜਾਰੀ ਕੀਤੇ ਜੀ। ਔਰ ਉਸ ਦਾ ਵਿਰੋਧ ਸਿੱਖ ਸਦਭਾਵਨਾ ਦਲ ਵੱਲੋਂ ਕੀਤਾ ਗਿਆ। 17 ਦਿਨ ਸਾਡੇ ਉਹ ਭਾਈ ਸੁਖਦੇਵ ਸਿੰਘ ਹੋਣੀ ਜਿਹੜੇ ਸੀ ਉਸ ਵਕਤ ਵੈਦ ਜੀ ਹੋਣਾ ਦੀ ਅਗਵਾਈ 'ਚ 17 ਦਿਨ ਸਾਡਾ ਜਥਾ ਜਾਂਦਾ ਰਿਹਾ ਜੀ। ਉੱਥੇ ਰੋਜ਼ 11 ਸਿੰਘ ਜਾਂਦੇ ਸਨ। ਅਕਾਲ ਤਖਤ ਸਾਹਿਬ ਦੇ ਬਾਹਰ ਖਲੋ ਕੇ ਸ਼ਬਦ ਪੜ੍ਹਦੇ ਸੀ, ਇਹੀ ਉਲਟੀ ਵਾੜ ਖੇਤ ਕੋ ਖਾਈ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ। ਇਹੀ ਸ਼ਬਦ ਉੱਥੇ ਪੜ੍ਹੇ ਜਾਂਦੇ ਸਨ। ਔਰ ਇੱਕ ਹੋਕਾ ਪੱਤਰ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ 'ਤੇ ਦਿੱਤਾ ਜਾਂਦਾ ਸੀਗਾ ਵੀ ਜਿਹੜਾ ਤੁਸੀਂ ਫੈਸਲਾ ਗਲਤ ਕੀਤਾ ਇਹਨੂੰ ਵਾਪਸ ਲਓ, ਦੂਜਾ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਓ, ਕਿਉਂਕਿ ਜੇ ਸਾਨੂੰ ਸੱਚ ਬੋਲਣ ਦਾ ਹੱਕ ਨਹੀਂ ਤੇ ਤਖਤਾਂ 'ਤੇ ਬਹਿ ਕੇ ਤੁਹਾਨੂੰ ਵੀ ਝੂਠੇ ਫਰਮਾਨ ਜਾਰੀ ਕਰਨ ਦਾ ਕੋਈ ਹੱਕ ਨਹੀਂ। ਇਹ ਗੱਲ ਵੀ ਨਾਲ ਚੱਲਦੀ ਰਹੀ। ਔਰ ਉਦੋਂ ਉਹਨਾਂ ਦਿਨਾਂ 'ਚ ਫਿਰ ਅਸੀਂ 1100 ਬੰਦੇ ਦਾ ਇਕੱਠ ਰੱਖਿਆ ਸੀਗਾ ਹਫ਼ਤੇ ਬਾਅਦ। ਪਰ ਇਹਨਾਂ ਨੇ 17 ਦਿਨ ਸਾਡੇ ਜਾਣ ਤੋਂ ਬਾਅਦ ਨਾਲ ਹੀ ਇੱਕ ਮੀਟਿੰਗ ਕਰਕੇ ਕਹਿ ਦਿੱਤਾ ਸੀ ਕਿ ਉਹ ਹੁਕਮਨਾਮਾ ਜਿਹੜਾ ਹੈ ਉਹ ਵਾਪਸ ਲਿਆ ਜਾਂਦਾ ਹੈ। ਉਹ ਇੱਕ ਬੜੀ ਤੋਹੀਨ ਸੀ ਸਿੱਖਾਂ ਲਈ, ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਲਈ, ਕਿਉਂਕਿ ਇੱਕ ਆਮ ਬੰਦਾ ਵੀ ਕਹੇ ਹੋਏ ਸ਼ਬਦਾਂ ਦੀ ਮਾਫੀ ਨਹੀਂ ਮੰਗਦਾ। ਉਹ ਕਹਿੰਦਾ ਮੈਂ ਜੋ ਕਿਹਾ ਸੱਚ ਕਿਹਾ। ਇੱਕ ਜੱਜ ਵੀ ਸੋਚ ਕੇ ਬੋਲਦਾ। ਇੱਕ ਇਹ ਭੇੜੀਏ ਸੀ ਜਿਹੜੇ ਫਰਮਾਨ ਝੂਠੇ ਜਾਰੀ ਕਰਕੇ ਤੇ ਕਹਿੰਦੇ ਵਾਪਸ ਲੈਂਦੇ ਆ। ਉਹਦੇ ਵਿੱਚ ਗਿਆਨੀ ਗੁਰਬਚਨ ਸਿੰਘ ਵਰਗੇ 3 ਤਾਰਾ ਹੋਟਲ ਬਣਾ ਗਏ, ਬਾਦਲ ਟੱਬਰ ਰੋਟੀਆਂ ਸੇਕ ਗਿਆ। ਨੁਕਸਾਨ ਕਿਹਦਾ ਹੋਇਆ?
ਮਰਜ਼ਾਦਾ ਕਿਹਦੀ ਭੰਗ ਹੋਈ, ਤਾਕਤ ਕਿਹਦੀ ਖਤਮ ਹੋਈ, ਸਿੱਖਾਂ ਦੀ ਸੁਪਰੀਮ ਕੋਰਟ ਦੀ ਤੋਹੀਨ। ਇਸ ਲਈ ਉਹਦੀ ਭਰਪਾਈ ਲਈ ਸਿੱਖ ਨੀਤੀ ਲਿਆਵਾਂਗੇ, ਇਹ ਰਾਜਨੀਤਿਕ ਭੁਜਾਵਾਂਗੇ। ਇਹ ਸਾਡਾ ਮਿਸ਼ਨ ਇਸੇ ਲਈ ਸ਼ੁਰੂ ਹੋਇਆ। ਠੀਕ ਹੈ, ਜਾਨੀ ਕਿ SGPC ਚੋਣਾਂ ਵੀ ਤੁਸੀਂ ਲੜੋਗੇ, ਆਪਣੇ ਸਾਰੇ ਜੋ ਵੀ ਹਲਕੇ ਨੇ ਮੈਂਬਰ ਜਿੱਥੋਂ ਚੁਣੇ ਜਾਂਦੇ ਨੇ ਵੀ ਸਾਰੇ ਹਲਕਿਆਂ ਤੋਂ ਆਉਣ ਵਾਲੇ ਸਮੇਂ 'ਚ ਤੁਸੀਂ SGPC 'ਚ ਫੇਰ ਬਦਲ ਲੈ ਕੇ ਆਵੋਗੇ ਵੀ ਜਿਹੜਾ ਸਿੱਖਾਂ ਦਾ ਪੈਸਾ ਉਹਦੀ ਦੁਰਵਰਤੋਂ ਹੋ ਰਹੀ ਆ, ਇਹ ਕਹਿ ਰਹੇ ਹੋ? ਬਦਲ ਦਾ ਮਤਲਬ ਬਦਲ ਤਾਂ ਹੀ ਲਿਆਂਦਾ ਜਾ ਸਕਦਾ ਕਿਉਂਕਿ ਜਿਹੜੇ ਸਾਡਾ ਪੁਰਾਤਨ ਇਤਿਹਾਸ ਆ, ਆਪਾਂ ਸਿਲੈਕਸ਼ਨ ਵਾਲੇ ਲੋਕ ਆ। ਗੁਣਾਂ ਦੇ ਤਲ ਤੇ ਸ੍ਰੀ ਚੰਦ ਲਾਂਭੇ ਕਰਕੇ ਤੇ ਬਾਬਾ ਲਹਿਣਾ ਜੀ ਦੀ ਚੋਣ ਹੋਈ, 80,000 ਚੋਂ 5 ਚੁਣੇ ਗਏ। ਅੱਜ ਉਹ ਸਿਸਟਮ ਬਦਲ ਗਿਆ, ਸਿਲੈਕਸ਼ਨ ਆ ਗਈ, ਇਲੈਕਸ਼ਨ ਆ ਗਈ। ਹੁਣ ਉਹ ਚੋਣ ਪ੍ਰਕਿਰਿਆ ਦੇ ਵਿੱਚ ਕੀ ਆ ਕਿ 80,000 5 ਨੂੰ ਚੁਣਦੇ ਆ, ਪਰ ਹੈ ਚੋਣ ਹੀ ਹੈ। ਸਾਨੂੰ ਸਮੇਂ ਦੇ ਹਾਣੀ ਬਣਨ ਲਈ ਇਹ ਪਹਿਲੀ ਗੱਲ ਤਹਈਆ ਸਿੱਖਾਂ ਨੂੰ ਕਰਨਾ ਹੋਊਗਾ ਕਿ ਬਾਦਲਾਂ ਦਾ ਬਦਲ, ਰਾਜਨੀਤੀ ਦਾ ਬਦਲ ਸਿੱਖ ਨੀਤੀ ਹੈ ਤੇ ਸਿੱਖ ਨੀਤੀ ਅੱਜ ਚੋਣ ਸਿਸਟਮ 'ਚ ਫਸ ਗਈ। ਸਮੇਂ ਦੇ ਹਾਣੀ ਹੋਣ ਲਈ ਸਾਨੂੰ ਇਹ ਚੋਣ ਲੜਨੀ ਪਏਗੀ ਔਰ ਉਹਦੇ ਲਈ ਇੱਕ ਧਿਆਨ ਰੱਖਣਾ ਹੋਊਗਾ ਵੀ ਇਹ ਚੋਣ ਅਸੀਂ ਰਾਜਨੀਤੀ ਦੀ ਲੜਨੀ ਹੈ ਕਿ ਸਿੱਖ ਨੀਤੀ ਦੀ ਲੜਨੀ। ਅਸੀਂ ਧੋਖਾ ਹੀ ਇੱਥੇ ਖਾਧਾ ਹੈ ਵੀ ਰਾਜਨੀਤਿਕ ਬਾਦਲ ਟੱਬਰ ਨੇ ਧਾਰਮਿਕ ਵਿੰਗ ਬਣਾਏ, ਚਾਹੇ ਉਹ ਬਾਬੇ ਸੀ ਚਾਹੇ ਉਹ ਜਥੇਦਾਰ ਸੀ, ਉਹਨਾਂ ਨੂੰ ਅੱਗੇ ਲਾ ਕੇ ਤੇ ਧਾਰਮਿਕ ਚੋਣਾਂ ਲੜੀਆਂ ਤੇ ਮਾਲਕ ਫਿਰ ਬਾਦਲ ਬਣ ਕੇ ਬਹਿ ਗਿਆ। ਅਸੀਂ ਇਸ ਸਿਸਟਮ ਨੂੰ ਖਤਮ ਕਰਨਾ ਹੈ। ਯਾਨੀ ਕਿ ਸਿੱਖੀ ਤੋਂ ਰਾਜਨੀਤੀ ਦਾ ਫਾਇਦਾ ਲਿਆ, ਹਾਂ, ਇਹੀ ਕਹਿ ਸਕਦੇ ਹੋ ਵੀ ਤੁਸੀਂ ਜੋ ਵੀ ਚੱਲੋਗੇ ਅਲੱਗ-ਅਲੱਗ ਸਿਸਟਮ ਕਰਕੇ ਚੱਲੋਗੇ ਵੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੋਊਗਾ ਸਿੱਖੀ ਦਾ। ਹਾਂ, ਅਸੀਂ ਉਸ ਚੀਜ਼ ਨੂੰ ਜਿਹੜਾ ਵੱਖ ਕਰਨਾ ਹੈ ਕਿ ਸਿੱਖ ਨੀਤੀ ਤੇ ਰਾਜਨੀਤੀ ਆਪਸ ਵਿੱਚ ਵੱਖ-ਵੱਖ ਹੈ। ਅਸੀਂ ਸਿੱਖ ਨੀਤੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਂਗੇ, ਦਿੱਲੀ ਕਮੇਟੀ ਦੀ ਵੀ ਲੜਾਂਗੇ ਔਰ ਕਿੰਨਾ ਚਿਰ ਲੜਾਂਗੇ। ਸੰਤ ਜਰਨੈਲ ਸਿੰਘ ਜੀ ਹੁਣਾਂ ਨੂੰ ਇੱਕ ਸਵਾਲ ਕੀਤਾ ਹੈ ਵੀ ਜਰਨੈਲ ਸਿਆਂ ਤੂੰ ਪੰਥ ਦੀ ਲੜਾਈ ਲੜਨ ਤੁਰ ਪਿਆ, ਇਕੱਲਾ ਆ, ਕਿੰਨਾ ਕੁ ਚਿਰ ਲੜੇਗਾ? ਉਹ ਕਹਿੰਦਾ ਜਿੰਨਾ ਚਿਰ ਸਵਾਸ ਨੇ, ਇੱਕ ਦੀਵੇ ਦੀ ਤਰ੍ਹਾਂ ਤੇਲ ਨਹੀਂ ਮੁੱਕ ਜਾਂਦਾ, ਵੱਟੀ ਸੜ ਕੇ ਸੁਆਹ ਨਹੀਂ ਹੋ ਜਾਂਦੀ, ਓਨਾ ਚਿਰ ਹਨੇਰੇ ਨੂੰ ਨੇੜੇ ਨਹੀਂ ਫਟਕਣ ਦਿਆਂਗਾ। ਚਾਨਣ ਸਿੱਖ ਦਾ ਫਰਜ਼ ਹੈ ਵੰਡਣਾ, ਵੰਡਦਾ ਰਵਾਂਗਾ। ਅਤੇ ਉਹ ਬਾਬੇ ਜਰਨੈਲ ਸਿੰਘ ਜੀ ਦੀ ਜਿਹੜੀ ਗੱਲ ਹੈ, ਬਚਨ ਹੈ, ਅਸੀਂ ਉਹਨੂੰ ਧਾਰਨ ਕੀਤਾ ਹੋਇਆ ਕਿ ਜਿੰਨਾ ਚਿਰ ਸਵਾਸ ਚੱਲਦੇ ਨੇ ਉਨਾ ਚਿਰ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਅਤੇ ਗੁਰਦੁਆਰਿਆਂ ਵਿੱਚੋਂ ਰਾਜਨੀਤੀ ਕੱਢਣ ਲਈ ਤਕੜੇ ਹੋ ਕੇ ਲੜਾਂਗੇ। ਔਰ ਉਹ ਲੜਾਈ ਅੱਜ ਧਰਨਿਆਂ ਦੀ, ਭੁੱਖ ਹੜਤਾਲਾਂ ਦੀ ਨਹੀਂ, ਉਹ ਕੇਵਲ ਇਲੈਕਸ਼ਨ ਚੋਣ ਸਿਸਟਮ ਦੀ ਹੈ। ਉਹਦੇ ਲਈ ਅਸੀਂ ਹਰ ਇੱਕ ਨੌਜਵਾਨ ਨੂੰ, ਬਜ਼ੁਰਗਾਂ ਨੂੰ ਬੇਨਤੀਆਂ ਕਰਦੇ ਹਾਂ, ਪਿੰਡਾਂ ਥਾਵਾਂ 'ਚ ਜਾ ਕੇ, ਸ਼ਹਿਰਾਂ 'ਚ, ਕਸਬਿਆਂ ਮੁਹੱਲਿਆਂ 'ਚ ਵੀ ਭਾਈ ਤੁਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ ਤਾਂ ਜੋ ਰਾਜਨੀਤੀ ਤੋਂ ਸਿੱਖ ਨੀਤੀ ਨੂੰ ਲਾਂਭੇ ਕੀਤਾ, ਉਹਨੂੰ ਬਹਾਲ ਕੀਤਾ ਜਾ ਸਕੇ, ਇਹਨੂੰ ਗੁਰਦੁਆਰਿਆਂ 'ਚੋਂ ਬਾਹਰ ਕੀਤਾ ਜਾ ਸਕੇ। ਭਾਈ ਸਾਹਿਬ ਜੀ, ਪਹਿਲਾਂ ਤੁਸੀਂ ਦਿੱਲੀ ਚੋਣਾਂ ਵੀ ਲੜੇ ਹੋ, ਕਿਵੇਂ ਤੁਹਾਨੂੰ ਰਿਸਪੌਂਸ ਮਿਲਿਆ ਉੱਥੇ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਸੀ 2017 ਵਿੱਚ ਹੋਈਆਂ, ਉਸ ਵਕਤ ਸਾਡਾ ਇੱਕ ਸਰਵੇ ਸੀ ਕਿ ਜਿਹੜਾ ਲੋਕਾਂ 'ਤੇ ਡਰ ਪਾਇਆ ਹੋਇਆ ਵੀ ਇਹਨਾਂ ਲੋਕਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਵੀ ਸਿੱਖ ਨੇ ਲੜਾਈ ਲੜਨੀ ਹੈ ਧਾਰਮਿਕ, ਰਾਜਨੀਤਿਕ, ਸਮਾਜਿਕ ਜਾਂ ਆਰਥਿਕ, ਉਹਦੇ ਮਨ 'ਚ ਇੰਨਾ ਕੁ ਡਰ ਪਾ ਦਿੱਤਾ ਵੀ ਉਹ ਜਾਂ ਤਾਂ ਬਾਦਲ ਨਾਲ ਜੁੜੇ ਜਾਂ ਕੈਪਟਨ ਨਾਲ ਜੁੜੇ। ਅੱਜ ਵੀ ਤੁਸੀਂ ਕਿਤੇ ਬਹਿ ਜਾਓ ਨਾ, ਉਹ ਇਹ ਘੱਟ ਹੀ ਕਹਿੰਦੇ ਵੀ ਮੈਂ ਗੁਰੂ ਪੰਥ ਦਾ ਸਿੱਖ ਹਾਂ, ਅਖੀਰੀ ਜਾ ਕੇ ਨਿਕਲਦਾ ਕੀ ਹੈ ਜੀ, ਇਹ ਜਾਂ ਤਾਂ ਬਾਦਲਾਂ ਦਾ ਬੰਦਾ ਜਾਂ ਕੈਪਟਨ ਕਿਆਂ ਦਾ ਬੰਦਾ ਹੈ। ਅਸੀਂ ਇਸ ਡਰ 'ਚੋਂ ਕੱਢਣਾ ਚਾਹੁੰਦੇ ਹਾਂ। ਇਹਨਾਂ ਤੋਂ ਬਿਨਾਂ ਵੀ ਚੱਲਿਆ ਜਾ ਸਕਦਾ, ਇਹਨਾਂ ਨੂੰ ਭਾਂਜ ਵੀ ਦਿੱਤੀ ਜਾ ਸਕਦੀ ਹੈ, ਪਰ ਦਿੱਤੀ ਕਦੋਂ ਜਾ ਸਕਦੀ ਹੈ? ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਿਆ ਵੀ ਤੁਸੀਂ ਸਾਰਾ ਸੰਸਾਰ ਫਤਿਹ ਕਰ ਲਿਆ, ਤੁਹਾਡੇ ਕੋਲ ਕਿਹੜੀ ਤਾਕਤ ਹੈ? ਮਹਾਰਾਜ ਜੀ ਕਹਿਣ ਲੱਗੇ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਹਰਾਈ, ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾ ਹੀ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ। ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਉਹ ਸਰਵੇ ਕਰਕੇ ਸਿੱਖ ਸੰਗਤ ਨੂੰ ਦੱਸ ਦਿੱਤਾ ਜਾਏ ਇਹਨਾਂ ਦੇ ਪੱਲੇ ਕੱਖ ਨਹੀਂ, ਜੋ ਕੁਛ ਹੈ ਉਹ ਸੰਗਤ ਦੇ ਕੋਲੇ ਹੈ, ਇਹ ਤੁਹਾਡੇ ਤੋਂ ਲੈ ਕੇ ਵਰਤਦੇ ਪਏ। ਇਸ ਲਈ ਅਸੀਂ ਉਹ ਫੈਸਲਾ ਕਰ ਲਿਆ ਸਿੱਖ ਸਦਭਾਵਨਾ ਦਲ ਵੱਲੋਂ ਕਿ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਂਗੇ ਔਰ ਉਹ ਲੜੀ, ਸਿੱਖ ਨੀਤੀ ਤਹਿਤ ਲੜੀ।
ਇਹਨਾਂ ਪੈਸੇ ਵੰਡੇ, ਸ਼ਰਾਬਾਂ ਵੰਡੀਆਂ, ਵੋਟਾਂ ਬਣਾਈਆਂ, ਵੋਟਾਂ ਰੱਦ ਕੀਤੀਆਂ, ਮਰਜ਼ੀ ਅਨੁਸਾਰ ਉਹਦੀ ਵੰਡ ਕੀਤੀ। ਇੰਨਾ ਕੁਛ ਕਰਨ ਦੇ ਬਾਵਜੂਦ ਕਰੀਬਨ 33% ਟੋਟਲ ਵੋਟ ਭੁਗਤੇ ਔਰ ਉਹਦੇ ਵਿੱਚੋਂ 8.5-10 ਦੇ ਕਰੀਬ % ਸਾਨੂੰ ਵੋਟਾਂ ਪਈਆਂ ਜੀ। 7 ਬੰਦੇ ਸਾਡੇ ਦੂਜੇ ਨੰਬਰ 'ਤੇ ਆਉਂਦੇ ਆ, ਕੁਛ ਤੀਜੇ 'ਤੇ ਆਉਂਦੇ ਆ, ਕੁਝ ਚੌਥੇ 'ਤੇ ਆਉਂਦੇ ਆ। ਪਰ ਉਹ ਦੇਖੋ ਕਿ ਉਹ ਸਾਹਮਣੇ ਉਹ ਹੰਗਾਰਾ ਜਿਹੜਾ ਮਿਲਦਾ ਹੈ ਦਿੱਲੀ ਦੇ ਸਿੱਖਾਂ ਵੱਲੋਂ, ਉਹ ਇਹ ਮਿਲਿਆ ਕਿ ਭਾਵੇਂ ਬੂਥ ਵੀ ਇਹਨਾਂ ਦੇ ਆ, ਵੋਟਾਂ ਵੀ ਇਹਨਾਂ ਬਣਾਈਆਂ ਹੋਈਆਂ, ਪਰ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ ਕਿਉਂਕਿ ਸਿੱਖ ਚਾਹੁੰਦਾ ਹੈ ਵੀ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਨਹੀਂ ਚਾਹੀਦੀ। ਅਤੇ ਉਹਦੇ ਵਿੱਚ ਅਸੀਂ ਸਰਵੇ ਕਰਕੇ ਵੇਖ ਲਿਆ ਹੈ। ਹੁਣ ਉਹ ਵੀ ਦਿਨ ਦੂਰ ਨਹੀਂ ਜਿੱਦਣ ਇਹਨਾਂ ਨੂੰ ਗੁਰੂ ਘਰਾਂ 'ਚੋਂ ਚੱਲਦਾ ਕਰਾਂਗੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 'ਚ ਤੁਸੀਂ ਕੀ ਮਤਲਬ ਵੱਖਰਾ ਕੀ ਕਰਿਆ, ਕੀ ਪੁਆਇੰਟ ਜੋੜੇ ਨੇ ਉਹ 'ਚ, ਕੀ ਤੁਹਾਡੀਆਂ ਕੰਡੀਸ਼ਨਾਂ ਨੇ? ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਸ ਦਿਨ ਸਫਲ ਹੁੰਦੀ ਹੈ, ਅਸੀਂ ਕੀ ਕੀਤਾ ਉਹਦੇ ਵਿੱਚ ਕੁਛ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਨੇ ਅਤੇ ਕੁਝ ਅਸੀਂ ਇਹਦੇ ਵਿੱਚ ਬਕਾਇਦਾ ਇਹਨੂੰ ਸਾਡੀ ਕਮਿਟਮੈਂਟ ਸਮਝ ਲਿਆ ਜਾਏ। ਭਾਵੇਂ ਕਿ ਕਈ ਵਾਰੀ ਬੰਦਾ ਕਹਿੰਦਾ ਵੀ ਭਾਈ ਭਲ ਕੇ ਮੁੱਕਰ ਨਾ ਜਾਈ, ਅਸੀਂ ਆਹ ਦਿਖਾ ਦਿੰਦੇ ਹਾਂ ਵੀ ਇਹ ਕਮਿਟਮੈਂਟ ਹੈ ਸਾਡੀ ਸਿੱਖ ਸਦਭਾਵਨਾ ਦਲ ਦੀ। ਇਹਦੇ 'ਚ ਕੀ ਕੀਤਾ ਅਤੇ ਫਿਰ ਇਹਦੇ 'ਚ ਕੀ ਕਰਾਂਗੇ, ਅਸੀਂ ਸਾਰਾ ਕੁਛ ਇਹ 'ਚ ਲਿਖਿਆ ਹੋਇਆ। ਬਾਕੀ ਹੋਰ ਜੋ ਕੁਝ ਵੀ ਸਾਡੇ ਧਿਆਨ 'ਚ ਆਇਆ ਉਹ ਵੀ ਹੈ, ਪਰ ਉਹਦੇ ਲਈ ਮੈਂ 2 ਮੇਨ ਗੱਲਾਂ ਤੁਹਾਡੇ ਨਾਲ ਕਰ ਲੈਣਾ ਵੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਲੋੜ ਤਾਂ ਪਈ ਕਿਉਂਕਿ ਨਰੈਣੂ ਸੋਚ ਦੇ ਧਾਰਨੀ ਬਾਦਲ ਕੋੜਮੇ ਨੇ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਨੂੰ ਕਲੰਕਿਤ ਕੀਤਾ, ਅਕਾਲੀ ਸ਼ਬਦ ਨੂੰ ਬਦਨਾਮ ਕੀਤਾ, ਅਕਾਲ ਤਖਤ ਸਾਹਿਬ ਤੇ ਤਖਤ ਸਾਹਿਬਾਨਾਂ ਦੀ ਮਾਣ ਮਰਜ਼ਾਦਾ ਮਿੱਟੀ 'ਚ ਮਿਲੀ, ਤਖਤਾਂ ਦੇ ਜਥੇਦਾਰਾਂ ਦਾ ਮਾਨ ਸਨਮਾਨ ਘਟਾ ਕੇ ਇੱਕ ਆਮ ਗੁਲਾਮ ਤੱਕ ਲੈ ਆਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਰਾਦਰ ਕਰਵਾਏ, ਗੋਲਕਾਂ ਲੁੱਟੀਆਂ, ਜ਼ਮੀਨਾਂ ਵੇਚੀਆਂ, ਟਰਸਟਾਂ ਦੇ ਰਾਹੀਂ ਗੁਰੂ ਘਰ ਨੂੰ ਖੋਰਾ ਲਾਇਆ ਔਰ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਇੱਕ ਜਿਹੜੀ ਉਹ ਧਾਕ ਜੰਮੀ ਹੋਈ ਸੀ ਉਸ ਤਾਕਤ ਨੂੰ ਖਤਮ ਕੀਤਾ, ਸਿੱਖ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਕੇ। ਇਸ ਗੰਦੀ ਰਾਜਨੀਤੀ ਦਾ ਸਿੱਖ ਸਦਭਾਵਨਾ ਦਲ ਸੰਗਤ ਲਿਆਉਂਦੀ ਆ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਫਲ ਹੁੰਦੀ ਆ ਅਤੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਜਾਏਗੀ ਜਿਹੜੀ ਸ਼ਹੀਦ ਭਾਈ ਲਛਮਣ ਸਿੰਘ ਦੇ ਨਾਲ ਸ਼ਹੀਦ ਹੋਏ ਸਿੰਘ, ਉਹਨਾਂ ਦਾ ਜਦੋਂ ਸੰਸਕਾਰ ਕੀਤਾ ਗਿਆ ਅਤੇ ਜਿਹੜੇ ਸਾਡੇ ਵੱਡੇ ਵਡੇਰੇ ਸੀ ਉਹਨਾਂ ਨੇ ਉੱਥੇ ਇੱਕ ਪ੍ਰਣ ਕੀਤਾ ਸੀ ਵੀ ਭਾਈ ਲਛਮਣ ਸਿਆਂ ਆ ਤੇਰੀ ਸੋਚ ਗੁਰਦੁਆਰਿਆਂ 'ਚ ਬਹਾਲ ਕਰਾਂਗੇ, ਨਰੈਣੂ ਬਾਹਰ ਕੱਢਾਂਗੇ। ਜਿੰਨਾ ਚਿਰ ਇਹ ਧਰਤੀ 'ਤੇ ਨਰੈਣੂ ਪੈਦਾ ਹੋਣਗੇ ਤੇਰੇ ਵਰਗੇ ਲਛਮਣ ਸਿੰਘ ਵੀ ਅਸੀਂ ਬਣ ਕੇ ਵਿਖਾਵਾਂਗੇ। ਪਹਿਲਾਂ ਤਾਂ ਇਹ ਗੱਲ ਆ। ਦੂਸਰੀ ਗੱਲ ਕਿ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਬਾਦਲ ਦਲ ਦੀ ਗੰਦੀ ਰਾਜਨੀਤੀ ਜਾਂ ਰਾਜਨੀਤੀ ਜੀ ਦਖਲ ਅੰਦਾਜ਼ੀ ਪੱਕੇ ਤੌਰ 'ਤੇ ਬੰਦ ਕਰਾਂਗੇ ਤਾਂ ਜੋ ਭਵਿੱਖ ਵਿੱਚ ਕੋਈ ਰਾਜਨੀਤਿਕ ਪਾਰਟੀ ਗੁਰਦੁਆਰੇ ਦੀ ਇਲੈਕਸ਼ਨ ਨਾ ਲੜੇ। ਉਦੋਂ ਬਾਅਦ ਬਾਦਲ ਕੋੜਮੇ ਵਰਗਾ ਗੁਰਦੁਆਰਿਆਂ 'ਤੇ ਕਬਜ਼ਾ ਕਰਕੇ ਅੱਜ ਤੋਂ ਵੱਧ ਕਈ ਗੁਣਾ ਨੁਕਸਾਨ ਨਾ ਕਰ ਸਕੇ। ਸਭ ਤੋਂ ਪਹਿਲੀ ਗੱਲ ਵੀ ਸਿਆਸਤ ਦੀ ਦਖਲ ਅੰਦਾਜ਼ੀ ਬੰਦ ਹੋਊ। ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਬਹਾਲ ਹੋਊ। ਤੀਸਰੀ ਗੱਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਊ। ਚੌਥੀ ਗੱਲ ਗੁਰੂ ਦੀ ਗੋਲਕ ਚੋਰ ਜਿਹੜੇ ਨੇ ਇਹਨਾਂ 'ਤੇ ਕਮਿਸ਼ਨ ਬਣੂ ਤਾਂ ਜੋ ਇਹਨਾਂ ਦੇ ਵੀ ਫੜੇ ਜਾਣ ਅਤੇ ਆਉਣ ਵਾਲੇ ਵੀ ਗਲਤੀ ਨਾ ਕਰਨ। ਤੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸਖਤ ਸਜ਼ਾਵਾਂ ਬਿਲਕੁਲ ਜੀ, ਉਹਦਾ ਇਹ ਕੋਈ ਢਿੱਲਾ ਪੈਰਾ ਨਹੀਂ ਰੱਖਿਆ ਜਾਊ। ਔਰ ਉਦੋਂ ਅਗਲੀ ਗੱਲ ਅੱਜ ਇਹਨਾਂ ਨੇ 13,000 ਪਿੰਡਾਂ ਦੇ ਵਿੱਚ ਕਰੀਬਨ ਪੰਜਾਬ 'ਚ ਚਿੱਟਾ ਵੰਡ ਕੇ ਅਮਲੀ ਬਣਾਏ ਆ। ਅਸੀਂ 13,000 ਪਿੰਡਾਂ 'ਚ ਜਾ ਕੇ ਘਰ ਘਰ ਗੁਰੂ ਨਾਨਕ ਦਾ ਸੁਨੇਹਾ ਲੈ ਕੇ 20 ਰੁਪਈਆਂ 'ਚ ਪੜ੍ਹਾਈ ਅਤੇ 20 ਰੁਪਈਆਂ 'ਚ ਦਵਾਈ ਅਤੇ 20 ਰੁਪਈਆਂ 'ਚ ਇਹੋ ਜਿਹੇ ਸਾਧਨ ਮੁਹੱਈਆ ਕਰਾਵਾਂਗੇ ਤਾਂ ਜੋ ਸਾਡੇ ਜਿਹੜੇ ਆਉਣ ਵਾਲੇ ਨਾਨਕ ਨੇ ਉਹ ਗੁਰੂ ਨਾਨਕ ਸਾਹਿਬ ਵਰਗੇ ਹੀ ਹੋਣ, ਲੈਣੇ ਤੋਂ ਨਾਨਕ ਬਣਨ ਦੀ ਉਹਨਾਂ 'ਚ ਸਮਰੱਥਾ ਹੋਵੇ, ਉਹ ਉਮੀਦਵਾਰ ਨਾ ਲੱਭਣ, ਖੁਦ ਉਮੀਦਵਾਰ ਹੋਣ, ਦੇਸ਼ ਛੱਡ ਕੇ ਵਿਦੇਸ਼ਾਂ 'ਚ ਨਾ ਭੱਜਣ,
ਇੱਥੇ ਉਹਨਾਂ ਦੀ ਰੋਜੀ ਰੋਟੀ ਨੂੰ ਕੋਈ ਕਮੀ ਨਾ ਹੋਵੇ ਔਰ ਦੂਜਿਆਂ ਲਈ ਉਹ ਕਿਰਤ ਕਰਕੇ ਨਾਮ ਜਪਣ, ਵੰਡ ਛਕਣ ਤੇ ਸਰਬੱਤ ਦੇ ਭਲੇ ਦੀ ਸਮਰੱਥਾ ਰੱਖਦੇ ਹੋਣ। ਇਹ ਸਿੱਖ ਸਦਭਾਵਨਾ ਦਲ ਨੇ ਆਉਣ ਵਾਲੇ ਸਮੇਂ 'ਚ ਇਹ ਕਰਨਾ ਹੈ ਤੇ ਇਹਦੇ 'ਚ ਸਾਰਾ ਕੁਝ ਅਸੀਂ ਲਿਖਿਆ ਹੋਇਆ ਹੈ। ਸਿੱਖਾਂ ਨੂੰ ਕੀ ਸੁਝਾਅ ਦੇਵੋਗੇ? ਪੰਜਾਬ ਤੇ ਹਰਿਆਣੇ ਦੇ ਸਿੱਖਾਂ ਨੂੰ ਕੀ ਕਹੋਗੇ? ਪੰਜਾਬ, ਹਰਿਆਣਾ, ਦਿੱਲੀ ਜਾਂ ਹੋਰ ਪ੍ਰਾਂਤਾਂ ਵਿੱਚ ਬੈਠੇ ਹੋਏ ਸਿੱਖਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਉਹਦਾ ਮੁੱਖ ਸੇਵਾਦਾਰ ਹੁੰਦਾ ਹੋਇਆ ਹੋਕਾ ਦਿੰਨਾ ਹੈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਰਾਹੀਂ ਵੀ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ ਉਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੇ। ਆਪਣੇ ਮਹੱਲੇ ਦੇ ਗੁਰਦੁਆਰੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਵਰਗੇ ਅਦਾਰੇ ਜਾਂ ਹੋਰ ਸਾਡੀਆਂ ਸਿੱਖ ਸੰਸਥਾਵਾਂ ਨੇ, ਉਹਨਾਂ ਸਾਰਿਆਂ ਨੂੰ ਰਾਜਨੀਤੀ ਤੋਂ ਮੁਕਤ ਕਰਨ ਲਈ ਤਿਹਈਆ ਕਰਨ, ਕਮਰ ਕੱਸੇ ਕਰ ਲੈਣ ਔਰ ਉਦੋਂ ਬਾਅਦ ਉਹ ਸਿੱਖ ਸਦਭਾਵਨਾ ਦਲ ਦਾ ਸਾਥ ਦੇਣ। 2021 ਦੇ ਵਿੱਚ ਚੋਣਾਂ ਹੋਣੀਆਂ ਨੇ ਦਿੱਲੀ ਦੀਆਂ। ਸਿੱਖ ਸੰਗਤ ਸਾਡਾ ਉੱਥੇ ਸਾਥ ਦੇਵੇ ਔਰ ਇਹ ਪਛਾਣੇ, ਇਹ ਨਾ ਕਵੇ ਕਿ ਫਲਾਣਾ ਬੰਦਾ ਵਧੀਆ ਸੀ ਤੇ ਅਸੀਂ ਉਹਨੂੰ ਵੋਟ ਪਾਈ ਹੈ। ਨਹੀਂ, ਵਧੀਆ ਬੰਦਾ ਧਾਰਮਿਕ ਵਿੰਗ ਰਾਜਨੀਤਿਕ ਪਾਰਟੀ ਦਾ ਵੀ ਹੋ ਸਕਦਾ ਹੈ ਔਰ ਸਿੱਖ ਵਿਰੋਧੀ ਤਾਕਤਾਂ ਦੀ ਕਠਪੁਤਲੀ ਵੀ ਹੋ ਸਕਦਾ ਹੈ। ਇਸ ਲਈ ਉਹਨਾਂ ਨੂੰ ਇਹ ਧਿਆਨ ਦੇਣਾ ਹੋਊਗਾ ਵੀ ਉੱਥੇ ਰਾਜਸੀ ਲੋਕ ਕਿੰਨੇ ਨੇ ਜਿਹੜੇ ਗੁਰਦੁਆਰੇ ਦੀ ਚੋਣ 'ਚ ਪੈਰ ਧਰ ਰਹੇ ਨੇ, ਨਹੀਂ ਰੱਖਣ ਦੇਣਾ। ਕੇਵਲ ਤੇ ਕੇਵਲ ਧਾਰਮਿਕਤਾ ਬਹਾਲ ਕਰਨੀ ਹੈ, ਉਹ ਸਾਰੇ ਯੋਗਦਾਨ ਪਾਉਣ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਸਾਡਾ ਸਾਥ ਦੇਣ। ਹੁਣ 2021 ਦੀਆਂ ਚੋਣਾਂ ਵਿੱਚ, ਉਦੋਂ ਬਾਅਦ ਪੰਜਾਬ ਦੀਆਂ ਚੋਣਾਂ ਦੇ ਵਿੱਚ, ਹਰਿਆਣੇ ਦੀਆਂ ਚੋਣਾਂ ਵਿੱਚ, ਜੰਮੂ ਦੀਆਂ ਚੋਣਾਂ ਵਿੱਚ, ਤਾਂ ਜੋ ਇਸ ਸਿਸਟਮ ਨੂੰ ਸਹੀ ਰਾਹ 'ਤੇ ਲਿਆਂਦਾ ਜਾ ਸਕੇ। ਤੇ ਅਗਲੀ ਗੱਲ ਜਿਹੜੀ ਆ ਕਿ ਪੰਜਾਬ ਦੇ ਸਿੱਖਾਂ ਲਈ ਜਾਂ ਪੰਜਾਬ ਤੋਂ ਬਾਹਰ ਗਏ ਸਿੱਖਾਂ ਲਈ ਉਹ ਅਜੋਕੇ ਸਮੇਂ ਲਈ ਮੈਂ ਬੇਨਤੀ ਕਰਦਾ, ਮੈਂ ਰਾਜਨੀਤਿਕ ਨਹੀਂ ਹਾਂ ਪਰ ਤੁਹਾਨੂੰ ਇੱਕ ਸਲਾਹ ਜ਼ਰੂਰ ਦਿੰਦਾ ਹੈ। ਅੱਜ ਪੰਜਾਬ ਦੇ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦੀ ਬੋਲੀ, ਪੰਜਾਬ ਦੀ ਪੌਣ, ਪੰਜਾਬ ਦੀ ਅਜ਼ਮਤ, ਪੰਜਾਬ ਦੀ ਸਨਅਤ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਜਵਾਨੀ, ਪੰਜਾਬ ਦੀ ਸਿਹਤ, ਪੰਜਾਬ ਦੀ ਸਿੱਖਿਆ, ਜੋ ਕੁਝ ਵੀ ਹੈ ਗੁਰੂ ਸਾਹਿਬਾਨ ਨੇ ਸਾਨੂੰ ਗੁਰਦੁਆਰਿਆਂ 'ਚੋਂ ਦਿੱਤਾ। ਅੱਜ ਗੁਰਦੁਆਰਿਆਂ 'ਚੋਂ ਰਾਜਨੀਤੀ ਕੱਢ ਕੇ ਲੈ ਗਈ। ਰਾਜਨੀਤੀ ਨੇ ਅਜਿਹਾ ਗੰਦਾ ਨਾਚ ਕੀਤਾ, ਚਾਹੇ ਉਹ ਕੈਪਟਨ ਕੇ ਨੇ ਤੇ ਚਾਹੇ ਉਹ ਬਾਦਲ ਕਿਆ ਨੇ। ਇਹਨਾਂ ਦੋਵਾਂ ਨੇ ਪੰਜਾਬ ਦੇ ਹਿੱਤ ਧਿਆਨ ਚੰਦ ਡੋਗਰੇ ਤੇ ਗੁਲਾਬ ਸਿੰਘ ਡੋਗਰੇ ਬਣ ਕੇ ਕੁਰਸੀਆਂ ਦੀ ਖਾਤਰ ਆਪਣੀਆਂ ਜ਼ਮੀਰਾਂ ਕੇਂਦਰ ਦੇ ਅੱਗੇ ਵੇਚ ਦਿੱਤੀਆਂ, ਜਿਨ੍ਹੇ ਮੈਂ ਇਹ ਨਹੀਂ ਕਹਾਂਗਾ ਕਿ ਮਤਰੇਈ ਮਾਂ ਵਾਲਾ ਸਲੂਕ ਕੀਤਾ, ਕਿਉਂਕਿ ਕਿਤੇ ਨਾ ਕਿਤੇ ਮਤਰੇਈ ਮਾਂ ਵੀ ਪਿਆਰ ਕਰ ਜਾਂਦੀ ਹੈ। ਇਹ ਤਾਂ ਉਦੋਂ ਵੀ ਗਾਂ ਲੰਘ ਹੈ। ਇਹਨਾਂ 'ਤੇ ਅਕਿਰਤ ਕਣਾ ਵਾਲਾ ਸਲੂਕ ਕੀਤਾ ਪੰਜਾਬ ਨਾਲ। ਅਤੇ ਅੱਜ ਉਹ ਜਿਹੜੇ ਕਿਸਾਨੀ ਦੇ ਖਿਲਾਫ, ਪਾਣੀ ਦੇ ਖਿਲਾਫ ਜਿਹੜੇ ਫੈਸਲੇ ਹੋਏ ਨੇ, ਉਹਦੇ ਲਈ ਦੋਵੇਂ ਧਿਰਾਂ ਜ਼ਿੰਮੇਵਾਰ ਨੇ। ਪੰਜਾਬ ਦੇ ਕਿਸਾਨ ਜਿਹੜੇ ਨੇ ਜਾਂ ਪੰਜਾਬ ਦੇ ਲੋਕ ਨੇ, ਅੱਜ ਉਹ ਥਾਂ ਥਾਂ 'ਤੇ ਧਰਨੇ ਲਾ ਰਹੇ ਆ। ਉਹਨਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਗੁਰੂ ਘਰ ਦਾ ਕੀਰਤਨੀਆ ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ ਕਿ ਜੇ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਅਕਬਰ ਆਉਂਦਾ ਹੈ ਗੁਰੂ ਘਰ 'ਚ, ਉਹ ਕਹਿੰਦਾ ਜੀ ਕੋਈ ਗੁਰੂ ਘਰ ਦੀ ਸੇਵਾ ਦੱਸੋ, ਅਤੇ ਮਹਾਰਾਜ ਜੀ ਕਹਿੰਦੇ ਵੀ ਤੂੰ ਸਾਡੀ ਸੇਵਾ ਨਾ ਕਰ, ਆਹ ਜਿਹੜੇ ਕਿਸਾਨ ਨੇ ਇਹਨਾਂ ਦਾ ਮਾਲੀਆ ਮਾਫ ਕਰ। ਕਿਸਾਨ ਹੈ ਜਹਾਨ ਹੈ, ਕਿਸਾਨ ਨਹੀਂ ਤੇ ਜਹਾਨ ਨਹੀਂ। ਉਹ ਵਪਾਰ ਵੀ ਇਹਦੇ ਸਿਰ 'ਤੇ ਚੱਲਦਾ ਹੈ। ਦੁਕਾਨਾਂ ਬੰਦ ਹੋ ਜਾਣਗੀਆਂ ਜਿੱਦਣ ਕਿਸਾਨ ਖਤਮ ਹੋ ਗਿਆ, ਠੇਕੇਦਾਰੀ, ਮੰਡੀ ਬੋਰਡ ਸਭ ਖਤਮ ਹੋ ਜਾਣਗੇ। ਆੜਤਾਂ, ਜੋ ਕੁਝ ਵੀ ਚੱਲਦਾ ਹੈ ਕਿਸਾਨ ਕਰਕੇ ਚੱਲਦਾ, ਇਹ ਤੋਂ ਬਿਨਾਂ ਕੁਛ ਨਹੀਂ। ਇਸ ਲਈ ਗੁਰੂ ਸਾਹਿਬ ਜੀ ਨੇ ਉਹਨੂੰ ਉੱਤਮ ਖੇਤੀ ਵੀ ਆਖਿਆ, ਆਪ ਵੀ ਕੀਤੀ, ਔਰ ਕਿਸਾਨ ਨੂੰ ਆਜ਼ਾਦ ਰੱਖਣ ਲਈ, ਕਿਉਂਕਿ ਆਜ਼ਾਦ ਕਿਸਾਨ, ਆਬਾਦ ਕਿਸਾਨ, ਗੁਲਾਮ ਕਿਸਾਨ, ਬਰਬਾਦ ਕਿਸਾਨ। ਅਤੇ ਮਹਾਰਾਜ ਜੀ ਨੇ ਕਿੰਨੀ ਕਿਰਪਾ ਕੀਤੀ ਵੀ ਜਦੋਂ ਖਾਲਸਾ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਡਾਇਰੈਕਸ਼ਨ ਦਿੱਤੀ ਹੋਊਗੀ ਵੀ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਦਿਵਾਉਣੀਆਂ ਹੈ। ਉਹਦੇ ਏਜੰਡੇ 'ਚ ਹੋਊਗਾ ਨਾ, ਜਿੱਦਾਂ ਹੁਣ ਅਸੀਂ ਰੱਖਿਆ ਹੋਇਆ ਉਹਨਾਂ ਵੀ ਰੱਖਿਆ ਹੋਊ। ਉਹਨਾਂ ਆਉਂਦਿਆਂ ਹੀ ਜ਼ਮੀਨਾਂ ਦੇ ਮਾਲਕ ਨੂੰ ਜ਼ਮੀਨ ਦਾ ਮਾਲਕ ਬਣਾਇਆ। ਸਰਕਾਰ ਨਹੀਂ ਹੋ ਸਕਦੀ, ਉਹ ਹੋ ਸਕਦਾ ਜਿਹਦੇ ਸਿਰ 'ਤੇ ਸਰਕਾਰਾਂ ਚੱਲਦੀਆਂ। ਅਤੇ ਅੱਜ ਵੀ ਹੁਣ ਰਾਹਤ ਫੰਡ ਪ੍ਰਧਾਨ ਮੰਤਰੀ ਵੀ ਮੰਗੀ ਜਾਂਦਾ ਹੈ,
ਮੁੱਖ ਮੰਤਰੀ ਵੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਮੰਗੀ ਜਾਂਦਾ ਤੇ ਨਾਲੇ ਚੋਰੀ ਨਾਲ ਵੇਚੀ ਵੀ ਜਾਂਦੇ ਆ, ਤੇ ਫਿਰ ਦਾਤਾ ਤਾਂ ਕਿਸਾਨ ਹੀ ਰਹਿ ਗਿਆ ਨਾ ਪਿੱਛੇ ਦੇਣ ਵਾਲਾ। ਇਸ ਲਈ ਉਹਨਾਂ ਸਾਰਿਆਂ ਨੂੰ ਸਲਾਹ ਦਿੰਦਾ ਹੈ, ਧਰਨਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਤੁਹਾਨੂੰ ਹਾਈਜੈਕ ਕਰ ਲਿਆ। ਕੁਛ ਮੈਂ ਵਿਰੋਧ ਨਹੀਂ ਕਰਦਾ, ਪਰ ਸੱਚਾਈ ਕਹਿਣਾ ਹੈ, ਕੁਝ ਲੋਕ ਉੱਥੇ ਆਪਣੇ ਝੰਡੇ ਚੁੱਕ ਕੇ MLA ਦੀਆਂ ਟਿਕਟਾਂ ਲਈ ਉੱਥੇ ਜ਼ੋਰ ਲਾ ਰਹੇ ਆ, ਕੁਛ ਲੋਕ ਆਪਣੀਆਂ ਪਾਰਟੀਆਂ ਦੀਆਂ ਸਿਆਸੀ ਰੋਟੀਆਂ ਸੇਕ ਰਹੇ ਆ। ਤੇ ਪੰਜਾਬ ਦੇ ਸਿੱਖਾਂ ਨੂੰ, ਕਿਸਾਨਾਂ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਸਾਰਿਆਂ ਨੂੰ ਆਪਣੇ ਧਰਨਿਆਂ 'ਚੋਂ ਚੱਲਦਾ ਕਰੋ, ਆਪਣੇ ਮੋਰਚੇ ਆਪ ਲੜੋ। ਨੌਜਵਾਨੀ ਨੂੰ ਰਾਜਨੀਤੀ ਤੋਂ ਹਟ ਕੇ ਜਿਵੇਂ ਸਿੱਖ ਨੀਤੀ ਲਿਆਈਏ ਦੀ ਗੱਲ ਸਿੱਖ ਸਦਭਾਵਨਾ ਦਲ ਗੁਰਦੁਆਰਿਆਂ 'ਚ ਕਰ ਰਿਹਾ ਏ, ਤੁਸੀਂ ਮੇਰੇ ਵੀਰ ਪੰਜਾਬ ਵਿੱਚ ਕਰੋ ਕਿ ਇਹਨਾਂ ਦੋਵਾਂ ਧਿਰਾਂ ਨੂੰ ਲਾਂਭੇ ਕਰਕੇ ਇੱਕ ਆਜ਼ਾਦ ਫਿਜ਼ਾ ਦੀ ਮਾਲਕ ਅਜਿਹੀ ਧਿਰ ਪੈਦਾ ਕਰ ਦਿਓ, ਭਾਵੇਂ ਤੁਹਾਡੇ 10 ਬੰਦੇ ਜਿੱਤ ਕੇ ਵਿਧਾਨ ਪੰਜਾਬ ਸਭਾ 'ਚ ਜਾਣ, ਉਹ ਤੁਹਾਡੀ ਕਿਸਾਨੀ ਲਈ, ਜਵਾਨੀ ਲਈ, ਸਿਹਤ ਲਈ, ਸਿੱਖਿਆ ਲਈ ਉਹ ਹੱਲ ਕੱਢ ਸਕਦੇ ਆ। ਇਹ ਮੇਰੇ ਵੱਲੋਂ ਸਾਰਿਆਂ ਨੂੰ ਸੁਨੇਹਾ ਹੈ। ਤੇ ਨਾਲ ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਸਿੱਖ ਸਦਭਾਵਨਾ ਦਲ ਵੱਲੋਂ ਸਾਰੇ ਸਿੱਖਾਂ ਨੂੰ ਅਸੀਂ ਅਪੀਲ ਕਰਦੇ ਹਾਂ, ਹੋਕਾ ਦਿੰਦੇ ਹਾਂ ਕਿ ਸਾਡਾ ਸਾਥ ਦਿਓ, ਤਾਂ ਜੋ ਅਸੀਂ ਇਹ ਕਮਿਟਮੈਂਟ ਜਿਹੜੀ ਕੀਤੀ ਹੈ, ਅਸੀਂ ਕੀਤਾ ਕੀ ਤੇ ਕਰਾਂਗੇ ਕੀ, ਇਹ ਅਸੀਂ ਸਫਲ ਹੋ ਸਕੀਏ। ਔਰ ਇਹ ਸਫਲਤਾ ਦਾ ਜਿਹੜਾ ਸਿਹਰਾ ਹੈ ਉਹ ਗੁਰੂ ਪੰਥ ਨੂੰ ਜਾਵੇ, ਤੇ ਉਹ ਗੱਲ ਅਸੀਂ ਵੀ ਕਦੇ ਕਹਿ ਸਕੀਏ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਭਰੇ। ਅਸੀਂ ਕੁਛ ਨਹੀਂ ਕਰ ਰਹੇ, ਗੁਰੂ ਕਰਾ ਰਿਹਾ ਹੈ, ਨਾ ਕਰ ਸਕੇ ਸਰੀਰ, ਉਹਦੀ ਮੌਜ ਹੈ। ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਿੰਨਾ ਚਿਰ ਸਵਾਸ ਨੂੰ ਆਪਣੀਆਂ ਸੇਵਾਵਾਂ ਆਪ ਲੈਣ, ਇਹੀ ਮੈਂ ਕਹਿਣਾ ਚਾਹੁੰਦਾ। ਸੋ ਇਹ ਸਨ ਭਾਈ ਸਾਹਿਬ ਬਲਦੇਵ ਸਿੰਘ ਬਡਾਲਾ ਜੀ, ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ। ਇਹਨਾਂ ਨੇ ਕਿਹਾ ਕਿ ਸਿੱਖੀ 'ਚ ਰਾਜਨੀਤੀ ਵੜ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਰਾਜਨੀਤੀ ਦਾ ਬੋਲਬਾਲਾ। ਅਸੀਂ ਸਿੱਖ ਸਦਭਾਵਨਾ ਦਲ ਬਣਾਇਆ ਜੋ ਵੱਖਰਾ, ਜੋ ਰਾਜਨੀਤੀ ਨੂੰ ਸਿੱਖੀ ਤੋਂ ਵੱਖਰਾ ਕਰੂ, ਸਿੱਖੀ ਨੂੰ ਆਜ਼ਾਦ ਕਰਵਾਊਗੀ। ਸੋ ਕੈਮਰਾਮੈਨ ਗਿੰਦੀ ਧਾਲੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।